ਗੁੱਡ ਮਾਰਨਿੰਗ ਸਟੂਡੈਂਟਸ। ਪਿਛਲੇ ਲੈਕਚਰ ਦੇ ਵਿੱਚ ਆਪਾਂ ਨੇ ਚਾਰजेस ਬਾਰੇ ਪੜ੍ਹਿਆ ਸੀਗਾ। ਅੱਜ ਆਪਾਂ ਸਟਾਰਟ ਕਰਾਂਗੇ ਆਪਣਾ ਨੈਕਸਟ ਟੌਪਿਕ ਕੂਲਮਜ਼ ਲਾ। ਕੂਲਮਜ਼ ਲਾ ਇਨ ਇਲੈਕਟ੍ਰੋਸਟੈਟਿਕਸ। ਇਹਦੇ ਵਿੱਚ ਆਪਾਂ ਨੇ ਦੋ ਚਾਰजेस ਮੰਨ ਲੈਣੇ। ਲੈਟ 2 ਪੁਆਇੰਟ ਚਾਰजेस Q1 ਐਂਡ Q2 ਆਰ ਪਲੇਸਡ ਐਟ ਅ ਡਿਸਟੈਂਸ r ਇਨ ਵੈਕਿਊਮ। ਤਾਂ ਅਕੋਰਡਿੰਗ ਟੂ ਦਾ ਕੂਲਮਜ਼ ਲਾ, ਕੂਲਮ ਲਾ ਕੀ ਕਹਿੰਦਾ? the force between the two charges, 2 point charges that may be attractive or repulsive, attractive force भी हो सकती है, repulsive depending upon their nature. The force between the two charges is directly proportional to the product of magnitude of the two charges. आ magnitude ਦਾ साइन है जो मैं पाया। प्रोडक्ट ऑफ मैग्नीट्यूड ऑफ टू चार्जेस ये डायरेक्टली प्रोपोर्शनल है। इक्वेशन नंबर 1 लिख लो। एंड द फोर्स इज इनवर्सली प्रोपोर्शनल टू द स्क्वायर ऑफ द डिस्टेंस बिटवीन देम। ये कॉलम ने दसिया सी। ਇਹਨਾਂ ਦੋਨਾਂ ਇਕੁਏਸ਼ਨ ਨੂੰ ਕੰਬਾਈਨ ਕਰ ਲਓ। ਕੰਬਾਈਨ ਕਰਕੇ ਆਪਣੇ ਕੋਲ ਆ ਗਿਆ F is directly proportional to Q1 Q2 by r square। ਇੱਥੇ ਮੈਗਨੀਟਿਊਡ ਹੈ। प्रोपोर्शनैलिटी ਨੂੰ ਹਟਾ ਕੇ ਕਾਂਸਟੈਂਟ ਲੱਗਦਾ ਹੁੰਦਾ। k is the constant of proportionality, q1 q2 by r square। बेसिकली ਤਾਂ ਇਹੀ ਕੂਲਮਜ਼ ਫੋਰਸ ਦਾ ਫਾਰਮੂਲਾ ਦਾ, ਬਟ ਆਪਾਂ ਇੱਥੇ k ਦੀ ਵੈਲਿਊ ਡਿਸਕਸ ਕਰਦੇ ਹਾਂ। k ਦੀ CGS ਸਿਸਟਮ ਦੇ ਵਿੱਚ ਇਸ ਦੀ ਜੋ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ 1 ਤੇ SI ਸਿਸਟਮ ਦੇ ਵਿੱਚ k ਦੀ ਵੈਲਿਊ ਹੁੰਦੀ ਹੈ 1/4 ਪਾਈ ਐਪਸਾਈਲਨ ਨਾਟ। ਐਪਸਾਈਲਨ ਨਾਟ ਬਾਰੇ ਮੈਂ ਅੱਗੇ ਦੱਸਦਾ। ਜਦ ਨੂਮੈਰੀਕਲ ਵੈਲਿਊ ਇਸ ਨੂੰ ਸੋਲਵ ਕਰਕੇ ਜੋ ਆਉਂਦੀ ਹੈ ਉਹ ਹੈ 9 × 10⁹ ਨਿਊਟਨ ਮੀਟਰ ਸਕੁਆਇਰ ਕੂਲਮ ਸਕੁਆਇਰ ਇਨਵਰਸ। ਇਸ ਦੀ ਅਪਰੋਕਸੀਮੇਟ ਨੂਮੈਰੀਕਲ ਵੈਲਿਊ ਹੈ। ਠੀਕ, ਤਾਂ ਇਹ ਵਾਲੀ ਜੋ ਵੈਲਿਊ ਹੈ k ਦੀ SI ਸਿਸਟਮ ਦੇ ਵਿੱਚ ਮੋਸਟਲੀ ਆਪਾਂ ਸੋਲਵ ਕਰਦੇ ਆ ਸਾਰੇ ਨੂਮੈਰੀਕਲਸ ਵਗੈਰਾ ਵੀ ਤੇ ਪ੍ਰੈਫਰ ਕਰਦੇ ਆ। ਤਾਂ ਇਹ ਵੈਲਿਊ ਪੁੱਟ ਕਰੋ ਇਕੁਏਸ਼ਨ ਨੰਬਰ 3 ਦੇ ਵਿੱਚ। we get F is equal to 1/4 pi epsilon naught Q1 Q2 by r square. This is the magnitude of force, electrostatic force between the 2 point charges. It may be attractive, it may be repulsive. ਇਹ ਡਿਪੈਂਡ ਕਰਦਾ ਕਿ ਚਾਰਜ ਜਿਹੜੇ ਉਹ ਪੋਜ਼ਿਟਿਵ ਨੇ ਤਾਂ ਰਿਪਲਸਿਵ ਹੋ, ਨੈਗੇਟਿਵ ਨੇ ਤਾਂ ਵੀ ਰਿਪਲਸਿਵ ਹੋ, ਜੇ ਪੋਜ਼ਿਟਿਵ ਨੈਗੇਟਿਵ ਨੇ ਤਾਂ ਅਟਰੈਕਟਿਵ ਹੋ। ਇਹ ਆਪਾਂ ਨੇ ਜੋ ਪੜਿਆ ਇਹ ਕੂਲਮਜ਼ ਲਾ ਦਾ ਮੈਗਨੀਟਿਊਡ ਪਤਾ ਕੀਤਾ ਆਪਾਂ ਨੇ ਫੋਰਸ ਦਾ ਕੂਲਮਜ਼ ਲਾ ਦੇ ਅਕੋਰਡਿੰਗ। ਕੂਲਮ ਨੇ ਇਹ ਲਾਅ ਦਿੱਤਾ ਸੀ, ਕੂਲਮ ਸਾਇੰਟਿਸਟ ਦਾ ਨਾਮ ਹੈ, ਉਸਨੇ ਇੱਕ ਲਾਅ ਦਿੱਤਾ ਸੀਗਾ ਫੋਰਸ ਦਾ, ਇਸ ਨੂੰ ਕਹਿੰਦੇ ਆ ਕੂਲਮਜ਼ ਲਾ। ਇਹ ਵੈਰੀ ਇੰਪੋਰਟੈਂਟ ਟੌਪਿਕ ਹੈਗਾ, ਬਹੁਤ ਵਾਰੀ ਬੋਰਡ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ। ਹੁਣ ਆਪਾਂ ਗੱਲ ਕਰਨੀ ਆ ਐਪਸਾਈਲਨ ਨਾਟ ਦੀ। ਜੋ ਐਪਸਾਈਲਨ ਨਾਟ ਹੈ, ਐਪਸਾਈਲਨ ਨਾਟ ਇਜ਼ ਕਾਲਡ ਐਬਸੋਲੂਟ permittivity of free space ਜਾਂ ਵੈਕਿਊਮ ਕਹਿ ਲਓ। ਠੀਕ ਹੈ। ਅਦਰਵਾਈਜ਼ ਜੋ ਇਹ ਆਪਾਂ ਨੇ ਕੂਲਮਜ਼ ਲਾ ਪੜਿਆਗਾ, ਇਹਨੂੰ ਮੈਂ ਸਟਾਰਟਿੰਗ ਵਿੱਚ ਹੀ ਦੱਸਤਾ ਸੀਗਾ ਕਿ ਦੋ ਚਾਰजेस ਦੇ ਵਿੱਚ ਜਿਹੜੀ ਡਿਸਟੈਂਸ ਆ ਉਹ r ਆ ਤੇ ਇਹਨਾਂ ਦੇ ਵਿੱਚ ਜੋ ਮੀਡੀਅਮ ਆ ਉਹ ਕੀ ਹੈ? ਵੈਕਿਊਮ ਆ। ਵੈਕਿਊਮ ਔਰ 에ਅਰ, ਕਿਉਂਕਿ ਵੈਕਿਊਮ ਔਰ 에ਅਰ ਦੀ ਪਰਮਿਟਿਵਿਟੀ ਹੈ ਐਪਸਾਈਲਨ ਨਾਟ। ਜੇ ਕੋਈ ਹੋਰ ਮੀਡੀਅਮ ਆ ਜਾਂਦਾ ਤਾਂ ਇੱਥੇ ਐਪਸਾਈਲਨ ਲੱਗੂਗਾ, ਇਸ ਨੂੰ ਐਪਸਾਈਲਨ ਕਹਿੰਦੇ ਨੇ। ਇਹ ਜੋ ਗ੍ਰੀਕ ਵਰਡ ਹੈ ਐਪਸਾਈਲਨ, ਇਸ ਨੂੰ ਇਹ ਹੈ permittivity of any other medium। ठीक, ਤੇ ਇਸ ਦੀ ਜੋ ਨੂਮੈਰੀਕਲ ਵੈਲਿਊ ਆ ਐਪਸਾਈਲਨ ਨਾਟ ਦੀ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਉਹ ਲਗਭਗ ਹੈ ਫ੍ਰੀ ਸਪੇਸ ਦੇ ਵਿੱਚ ਪਰਮਿਟਿਵਿਟੀ ਦੀ ਜੋ ਵੈਲਿਊ ਹੈ 8.85 into 10 raised to power minus 12। ਇਹਦੇ ਪਿੱਛੇ ਯੂਨਿਟਸ ਨੇ पर न्यूटन
पर मीटर स्क्वायर ते कूलम स्क्वायर। ठीक है, ਇਹਦੀ numerical value ਆ। ਹੁਣ ਆਪਾਂ ਨੇ ਥੋੜਾ ਜਿਹਾ ਇੱਥੇ ਸਮਝਣਾ ਕਿ ਪਰਮਿਟਿਵਿਟੀ ਕੀ ਚੀਜ਼ ਹੈ, ਇੱਥੇ ਕੀ ਮਤਲਬ ਕੀ ਹੈ ਇਸ ਦਾ। ਪਰਮਿਟਿਵਿਟੀ ਦਾ ਮਤਲਬ ਹੈ ਕਿ ਕਿਸੇ ਮੀਡੀਅਮ ਵਿੱਚ, ਮੀਡੀਅਮ ਕੀ ਹੈ, ਜਿਵੇਂ ਦੋ ਚਾਰਜ ਪਏ ਨੇ, ਆ ਦੋ ਚਾਰਜ ਪਏ ਨੇ, ਇੱਕ ਚਾਰਜ ਇੱਥੇ ਪਿਆ, ਇੱਕ ਚਾਰਜ ਇੱਥੇ ਪਿਆ, ਇਹਨਾਂ ਦੇ ਵਿੱਚ ਜੋ ਮੀਡੀਅਮ ਆ ਦੈਟ ਇਜ਼ 에ਅਰ, ਇੱਥੇ ਕੀ ਆ ਹਵਾ। ਤੇ ਇਹ ਦੋ ਚਾਰजेस ਵੈਕਿਊਮ ਦੇ ਵਿੱਚ ਹੋ ਸਕਦੇ ਨੇ ਕਿ ਜਿੱਥੇ ਕੁਝ ਨਹੀਂ ਹੈ, ਹਵਾ ਵੀ ਨਹੀਂ ਹੈ। ਇਹ ਦੋ ਚਾਰजेस ਪਾਣੀ ਦੇ ਵਿੱਚ ਵੀ ਹੋ ਸਕਦੇ ਨੇ, ਇਹ ਦੋ ਚਾਰजेस ਕਿਸੇ ਗਲਾਸ ਮੀਡੀਅਮ ਦੇ ਵਿੱਚ ਵੀ ਹੋ ਸਕਦੇ ਨੇ, ਇਹਨਾਂ ਦੇ ਵਿਚਕਾਰ ਕੁਝ ਵੀ ਹੋ ਸਕਦਾ। ਉਸ ਮੀਡੀਅਮ ਦੀ ਪਰਮਿਟਿਵਿਟੀ ਹੈ ਐਪਸਾਈਲਨ। ਜੇ 에ਅਰ ਆ ਜਾਂ ਵੈਕਿਊਮ ਆ ਤਾਂ ਐਪਸਾਈਲਨ ਨੋਟ ਤੇ ਉਹਦੀ ਵੈਲਿਊ ਹੈ। ਅਦਰਵਾਈਜ਼ ਜੋ ਬਾਕੀ ਮੀਡੀਅਮ ਨੇ ਉਹਨਾਂ ਦੇ ਵਿੱਚ ਪਰਮਿਟਿਵਿਟੀ ਦੀ ਵੈਲਿਊ ਹੈ ਜਿਹੜੀ ਉਹ ਵੱਧਦੀ ਜਾਂਦੀ ਆ। ਇਹ ਸਭ ਤੋਂ ਲੈਸ ਹੈ ਪਰਮਿਟਿਵਿਟੀ। ਪਰਮਿਟਿਵਿਟੀ ਦਾ ਮੀਨਿੰਗ ਕੀ ਹੈ, ਲੈਸ ਪਰਮਿਟਿਵਿਟੀ ਦਾ ਕੀ ਮਤਲਬ ਆ ਕਿ ਕਿਸੇ ਮੀਡੀਅਮ ਦੇ ਵਿੱਚ ਦੀ ਜੋ ਇਲੈਕਟ੍ਰਿਕ ਫੀਲਡ ਲਾਈਨ ਨੇ, ਹੁਣ ਇਲੈਕਟ੍ਰਿਕ ਫੀਲਡ ਲਾਈਨ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ ਕਿਉਂਕਿ ਅਗਲਾ ਟੌਪਿਕ ਆ, ਵੈਸੇ ਹੀ ਦੱਸ ਦੇਣਾ ਚਲੋ। ਇਲੈਕਟ੍ਰਿਕ ਫੀਲਡ ਲਾਈਨਸ ਨੇ ਉਹ ਕਿਸੇ ਮੀਡੀਅਮ ਵਿੱਚ ਦੀ ਅਲਾਉ ਕਰਨਾ, ਪਾਸ ਕਰਨਾ, ਕਿ ਆਪਣੇ ਵਿੱਚ ਦੀ ਲੰਘਣ ਦੇਣੀ ਆ। ਠੀਕ ਹੈ, ਉਸ ਨੂੰ ਕਹਿੰਦੇ ਆਪਾਂ ਪਰਮਿਟਿਵਿਟੀ। ਤੇ ਜਿੰਨੀ ਪਰਮਿਟਿਵਿਟੀ ਵੱਧਦੀ ਜਾਣੀ ਆ, ਇਟ ਮੀਨਸ ਕਿ ਆਪਣੇ ਵਿੱਚ ਦੀ ਪਾਸ ਕਰਨ ਦੇਣ ਤੋਂ ਰੋਕਣਾ। ਠੀਕ, ਮਤਲਬ ਕਿ ਜੇ ਆਪਾਂ ਗੱਲ ਕਰੀਏ ਕਿਸੇ ਅਦਰ ਮੀਡੀਅਮ ਦੀ, ਗਲਾਸ ਦੀ ਲਗਾ ਲਓ, ਚਲੋ ਗਲਾਸ ਦੀ ਪਰਮਿਟਿਵਿਟੀ ਜ਼ਿਆਦਾ, ਗਲਾਸ ਦੀ ਪਰਮਿਟਿਵਿਟੀ ਕੀ ਆ, ਜ਼ਿਆਦਾ 에ਅਰ ਨਾਲੋਂ। ਠੀਕ, ਤੇ ਉਹਦਾ ਮਤਲਬ ਕੀ ਆ ਕਿ ਗਲਾਸ ਆਪਣੇ ਵਿੱਚ ਦੀ ਇਲੈਕਟ੍ਰਿਕ ਫੀਲਡ ਲਾਈਨਸ ਨੂੰ ਪਾਸ ਨਹੀਂ ਹੋਣ ਦਿੰਦਾ, ਜ਼ਿਆਦਾ ਰੋਕਦਾ ਹੈ। ਠੀਕ ਹੈ, ਪਰਮਿਟ ਨਹੀਂ ਕਰਦਾ। ਤਾਂ ਇਹ ਪਰਮਿਟਿਵਿਟੀ ਦਾ ਮੀਨਿੰਗ ਹੈ। ਹਾਂਜੀ, ਇਸ ਤੋਂ ਅੱਗੇ ਕੂਲਮਸ ਲਾ, ਇਹ ਆ ਗਿਆ ਆਪਣੇ ਕੋਲੇ ਮੈਗਨੀਟਿਊਡ ਆਫ ਫੋਰਸ 1/4πε0 Q1 Q2 r²। ਇਹ ਕੂਲਮਸ ਲਾ ਦੇ ਅਕੋਰਡਿੰਗ ਇਲੈਕਟ੍ਰੋਸਟੈਟਿਕ ਫੋਰਸ ਦਾ ਫਾਰਮੂਲਾ ਹੈ। ਤੇ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਕਿ F is inversely proportional to r², ਆਪਾਂ ਪਹਿਲਾਂ ਵੀ ਦੇਖਿਆ ਸੀਗਾ। ਤੇ ਇਸ ਤੋਂ ਜੇ ਆਪਾਂ ਨੂੰ ਗ੍ਰਾਫ ਆ ਜਾਂਦਾ, ਕਈ ਵਾਰੀ ਹੁਣ ਕਿਉਂਕਿ ਇੱਕ ਨੰਬਰ ਦੇ ਕੁਐਸਚਨ 20 ਆਉਣੇ ਨੇਗੇ ਐਗਜ਼ਾਮ ਦੇ ਵਿੱਚ, 20 ਕੁਐਸਚਨ ਇੱਕ ਨੰਬਰ ਵਾਲੇ ਹੋਣੇ ਨੇ, ਉਹਦੇ ਵਿੱਚ ਮਲਟੀਪਲ ਚੁਆਇਸ ਕੁਐਸਚਨ ਵੀ ਹੋਣੇ ਨੇ 10, ਹਨਾ, ਤੇ 3-4 ਕੁਐਸਚਨ ਫਿਲ ਅਪ ਟਾਈਪ ਦੇ, ਤੇ 2-3 ਕੁਐਸਚਨ ਟਰੂ ਫਾਲਸ ਟਾਈਪ ਦੇ, ਤੇ 4-5 ਕੁਐਸਚਨ ਆਉਣੇ ਨੇਗੇ 1 ਮਾਰਕ ਦੇ ਡੈਫੀਨੇਸ਼ਨ ਜਾਂ ਕੋਈ ਅਦਰ ਕਨਸੈਪਚੁਅਲ ਕੁਐਸਚਨ। ਤਾਂ ਇਸ ਤਰ੍ਹਾਂ ਦੇ ਕੁਐਸਚਨ ਹੁਣ ਬਣ ਕੇ ਆ ਸਕਦੇ ਨੇ, ਜਿਸ ਤਰ੍ਹਾਂ ਕਿ ਪੁੱਛ ਲੈਣ ਕਿ ਵਾਟ ਇਜ਼ ਦਾ ਗ੍ਰਾਫ ਬਿਟਵੀਨ ਦਾ F ਐਂਡ 1/r²। ਤਾਂ ਜੇ ਇਹਨਾਂ ਦੇ ਵਿੱਚ ਗ੍ਰਾਫ ਦੇਖੀਏ, ਇਹ ਕੁਆਂਟੀਟੀ ਇਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ 1/r²। ਤਾਂ ਇਹਨਾਂ ਦੇ ਵਿੱਚ ਜੋ ਗ੍ਰਾਫ ਆ ਉਹ ਇਸ ਤਰ੍ਹਾਂ ਆਵੇਗਾ, F ਐਂਡ 1/r² ਦੇ ਵਿੱਚ ਗ੍ਰਾਫ ਸਟ੍ਰੇਟ ਲਾਈਨ, ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਗ੍ਰਾਫ ਕਹਿੰਦਾ ਸਟ੍ਰੇਟ ਲਾਈਨ। ਜੇ ਆਪਾਂ ਨੂੰ ਪੁੱਛ ਲੈ ਕਿ ਵਾਟ ਇਜ਼ ਦਾ ਗ੍ਰਾਫ ਬਿਟਵੀਨ F ਐਂਡ R, F ਵਰਸਸ R, F ਤੇ R ਕੀ ਨੇ ਇੱਕ ਦੂਜੇ ਦੇ ਇਨਵਰਸਲੀ ਪ੍ਰੋਪੋਰਸ਼ਨਲ ਤੇ ਸਕੁਅਰ ਵੀ ਆ। ਇਸ ਦਾ ਜੋ ਗ੍ਰਾਫ ਆ ਉਹ ਡਿਕਰੀਜ਼ਿੰਗ ਗ੍ਰਾਫ ਹੁੰਦਾਗਾ, ਐਕਸਪੋਨੈਂਸ਼ੀਅਲੀ ਵਧਦਾ ਹੁੰਦਾ ਇਸ ਤਰ੍ਹਾਂ। ਤਾਂ ਇਹ ਗ੍ਰਾਫ ਹੈ F ਵਰਸਸ R ਦਾ, ਇਹ ਗ੍ਰਾਫ ਹੈ F ਵਰਸਸ 1/r² ਦਾ। ਇਹ ਵੀ ਆਪਾਂ ਨੇ ਯਾਦ ਕਰਨੇ ਨੇ, ਇੱਕ ਨੰਬਰ ਦੇ ਵਿੱਚ ਆ ਸਕਦੇ ਨੇ। ਠੀਕ, ਹਾਂਜੀ। ਹੁਣ ਅਗਲਾ ਟੌਪਿਕ ਜੋ ਆਪਾਂ ਨੇ ਪੜ੍ਹਨਾ ਹੈ ਉਹ ਹੈ ਰਿਲੇਟਿਵ ਪਰਮਿਟਿਵਿਟੀ ਔਰ ਡਾਇਲੈਕਟ੍ਰਿਕ ਕਾਂਸਟੈਂਟ। ਇਸ ਨੂੰ ਡਾਇਲੈਕਟ੍ਰਿਕ ਕਾਂਸਟੈਂਟ ਵੀ ਕਹਿੰਦੇ ਨੇ, ਰਿਲੇਟਿਵ ਪਰਮਿਟਿਵਿਟੀ ਵੀ ਕਹਿੰਦੇ ਨੇ। ਆਪਾਂ ਨੂੰ ਪਤਾ ਹੈ ਕਿ ਕੂਲਮਸ ਲਾ ਦੇ ਅਕੋਰਡਿੰਗ ਫੋਰਸ ਬਿਟਵੀਨ 2 ਪੁਆਇੰਟ ਚਾਰजेस ਜੇਕਰ ਉਹ ਫ੍ਰੀ ਸਪੇਸ ਦੇ ਵਿੱਚ ਆ ਜਾਂ ਵੈਕਿਊਮ ਦੇ ਵਿੱਚ ਆ ਤਾਂ ਉਸ ਨੂੰ ਆਪਾਂ ਕੀ ਲਿਖ ਦੇਂਗੇ, F0 ਲਿਖ ਲਓ ਇੱਥੇ। ਠੀਕ ਹੈ, ਵੈਸੇ ਡੋਨੇਸ਼ਨ ਦੇ ਵਿੱਚ ਕਿ ਫ੍ਰੀ ਸਪੇਸ ਦੀ ਗੱਲ ਕਰ ਰਹੇ ਆਪਾਂ, ਉਹ ਆਏ ਅਸੀਂ 1/4πε0, ਐਪਸਾਈਲਨ 0 ਜਾਂ ਐਪਸਾਈਲਨ ਨੋਟ Q1 Q2/r²। ਤੇ ਜੇ ਉਹੀ ਦੋ ਚਾਰजेस ਉਨੀ ਹੀ ਡਿਸਟੈਂਸ ਤੇ ਕਿਸੇ ਅਦਰ ਮੀਡੀਅਮ ਦੇ ਵਿੱਚ ਨੇ ਤਾਂ ਉੱਥੇ ਲਿਖਾਂਗੇ ਆਪਾਂ FM, M means other medium। ਤਾਂ ਉੱਥੇ ਆਪਣੇ ਕੋਲ ਆ ਜਾਊਗਾ 1/4πε। ਐਪਸਾਈਲਨ ਨੋਟ ਪਰਮਿਟਿਵਿਟੀ 에ਅਰ ਦੀ ਹੈ ਜਾਂ ਵੈਕਿਊਮ ਦੀ ਹੈ, ਅਦਰ ਮੀਡੀਅਮ ਵਾਸਤੇ ਐਪਸਾਈਲਨ, ਓਨਲੀ ਐਪਸਾਈਲਨ। ਤੇ Q1 Q2/r²। ਦੋਨਾਂ ਨੂੰ ਡਿਵਾਈਡ ਕਰ ਦੋ, F0/FM। ਆਪਣੇ ਕੋਲ ਕੀ ਆ ਜਾਂਦਾ, ਇਧਰੋਂ ਬਾਕੀ ਟਰਮਸ ਕੱਟ ਜਾਣਗੀਆਂ, ਆਪਣੇ ਕੋਲ ਆ ਜਾਏਗਾ ε/ε0। ਕੀ ਆ ਜਾਏਗਾ, ε/ε0। ਠੀਕ, ਇਸ ਚੀਜ਼ ਨੂੰ, ਇਸ ਰੇਸ਼ੋ ਨੂੰ ਕਹਿੰਦੇ ਆਪਾਂ ਰਿਲੇਟਿਵ ਪਰਮਿਟਿਵਿਟੀ ਜਾਂ ਡਾਇਲੈਕਟ੍ਰਿਕ ਕਾਂਸਟੈਂਟ K।
डाइलेक्ट्रिक कांस्टेंट ਨੂੰ k ਲਿਖ ਦਿੰਦੇ ਆਪਾਂ, ਰਿਲੇਟਿਵ ਪਰਮਿਟਿਵਿਟੀ ਨੂੰ ਐਪਸਾਈਲਨ r ਲਿਖ ਦਿੰਦੇ ਹਾਂ। ਠੀਕ, ਤਾਂ ਹੁਣ ਜਿਹੜੀ ਆਪਾਂ ਡੈਫੀਨੇਸ਼ਨ ਲਿਖਣੀ ਹੋਵੇ, ਡੈਫੀਨੇਸ਼ਨ ਕਿਸ ਤਰ੍ਹਾਂ ਡਿਫਾਈਨ ਕਰਾਂਗੇ ਆਪਾਂ ਰਿਲੇਟਿਵ ਪਰਮਿਟਿਵਿਟੀ ਜਾਂ ਡਾਇਲੈਕਟ੍ਰਿਕ ਕਾਂਸਟੈਂਟ ਨੂੰ? ਇਟ ਇਜ਼ ਡਿਫਾਈਨਡ ਐਜ਼ ਦਾ ਰੇਸ਼ੀਓ ਆਫ force between the two charges in vacuum to the force between the two charges in any other medium in that medium। ठीक, ਤੇ ਰਿਲੇਟਿਵ ਪਰਮਿਟਿਵਿਟੀ ਨੂੰ ਆਪਾਂ ਡੈਫੀਨੇਸ਼ਨ ਕਿਵੇਂ ਦੇਖ ਸਕਦੇ ਹਾਂ? ਇਟ ਇਜ਼ ਦਾ ਰੇਸ਼ੀਓ ਆਫ permittivity in the medium to the permittivity in vacuum। ਇਹ ਸੀ ਆਪਣੇ ਕੋਲੇ ਡਾਇਲੈਕਟ੍ਰਿਕ ਕਾਂਸਟੈਂਟ ਦੀ ਵੈਲਿਊ ਡੈਫੀਨੇਸ਼ਨ ਤੇ ਰਿਲੇਟਿਵ ਪਰਮਿਟਿਵਿਟੀ। ਹੁਣ ਜੇ ਆਪਾਂ ਇਹਦੀ ਵੈਲਿਊਜ਼ ਦੀ ਗੱਲ ਕਰੀਏ, ਕੁਝ ਆਪਾਂ ਐਗਜ਼ਾਮਪਲ ਲੈਣੇਗੇ ਕਿ k ਦੀ ਵੈਲਿਊ ਹੈ ਜਿਹੜੀ ਜਾਂ ਰਿਲੇਟਿਵ ਪਰਮਿਟਿਵਿਟੀ ਦੀ ਵੈਲਿਊ ਉਹ ਕਿੰਨੀ ਹੁੰਦੀ ਹੈ। ਕਿਉਂਕਿ ਜੋ ਪਰਮਿਟਿਵਿਟੀ ਆ 에ਅਰ ਦੀ ਜਾਂ ਵੈਕਿਊਮ ਦੀ ਸਭ ਤੋਂ ਘੱਟ ਆ, ਬਾਕੀ ਸਾਰੇ ਮੀਡੀਅਮਸ ਦੀ ਜੋ ਪਰਮਿਟਿਵਿਟੀ ਆ ਵੱਧਦੀ ਜਾਂਦੀ ਹੈ, ਵੱਧਦਾ। ਤਾਂ ਉੱਪਰਲਾ ਜੋ ਪੋਰਸ਼ਨ ਹੈ ਉਹ ਜ਼ਿਆਦਾ, ਨੀਚੇ ਵਾਲਾ ਪੋਰਸ਼ਨ ਘੱਟ ਆ। ਤਾਂ ਇਟ ਮੀਨਸ ਕਿ k ਦੀ ਵੈਲਿਊ ਆ ਜਿਹੜੀ ਆਲਵੇਜ਼ ਗ੍ਰੇਟਰ ਦੈਨ 1 ਹੋਵੇਗੀ ਡਿਵਾਈਡ ਕਰਨ ਤੋਂ ਬਾਅਦ। ਪਹਿਲੀ ਗੱਲ ਤੁਸੀਂ ਇਹ ਯਾਦ ਰੱਖਣੀ ਆ ਕਿ ਡਾਇਲੈਕਟ੍ਰਿਕ ਕਾਂਸਟੈਂਟ ਆਫ ਅਦਰ ਮੀਡੀਅਮ ਇਜ਼ ਆਲਵੇਜ਼ ਗ੍ਰੇਟਰ ਦੈਨ 1। ਇਹ ਇਕੁਅਲ ਟੂ 1 ਕਿਹਦੇ ਵਾਸਤੇ ਹੋਵੇਗਾ? ਸਿਰਫ ਤੇ ਸਿਰਫ 에ਅਰ ਜਾਂ ਵੈਕਿਊਮ ਵਾਸਤੇ। ਤਾਂ ਇੱਥੇ ਆਪਾਂ ਇੱਕ ਟੇਬਲ ਜਿਹਾ ਬਣਾ ਲੈਂਦੇ ਹਾਂ, ਉਹਦੇ ਵਿੱਚ ਆਪਾਂ ਲਿਖ ਦਿੰਦੇ ਹਾਂ 2-4 ਐਗਜ਼ਾਮਪਲ ਲੈ ਕੇ। ਫੋਰ ਐਗਜ਼ਾਮਪਲ ਮੀਡੀਅਮ ਤੇ ਇੱਧਰ ਲਿਖਾਂਗੇ ਆਪਾਂ ਡਾਇਲੈਕਟ੍ਰਿਕ ਕਾਂਸਟੈਂਟ k और एयर और वैक्यूम। ठीक, वैक्यूम भी यही है 1 होगा डायलैक्ट्रिक कांस्टेंट। ग्लास वास्ते 10 होगा, वाटर वास्ते 80 होगा, ते मैटल्स वास्ते कोई भी मैटल हो गए, मैटल्स वास्ते इनफाइनाइट ਇਨਫਾਈਨਾਈਟ ਇਲੈਕਟ੍ਰਿਕ ਕਾਂਸਟੈਂਟ ਹੁੰਦਾ ਹੈ। ਇਟ ਮੀਨਸ ਕਿ ਮੈਟਲਸ ਨੇ ਜੋ ਉਹ ਆਪਣੇ ਵਿੱਚ ਦੀ ਇਲੈਕਟ੍ਰਿਕ ਫੀਲਡ ਲਾਈਨਸ ਨੂੰ, ਇਲੈਕਟ੍ਰਿਕ ਫੀਲਡ ਨੂੰ ਪਾਸ ਨਹੀਂ ਹੋਣ ਦਿੰਦੇ। ਠੀਕ ਹੈ, ਉਹਨਾਂ ਦੀ ਪਰਮਿਟਿਵਿਟੀ ਕੀ ਹੈ? ਇਨਫਾਈਨਾਈਟ, ਮਤਲਬ ਉਹ ਰੋਕ ਦਿੰਦੇ ਨੇ 100%। ਠੀਕ ਹੈ, ਜੋ ਪਾਸ ਹੋਣ ਦਿੰਦਾ ਹੈ ਉਹਦੀ ਪਰਮਿਟਿਵਿਟੀ ਘੱਟ ਹੋਊਗੀ, ਜਿਵੇਂ ਵੈਕਿਊਮ ਆ ਜਾਂ 에ਅਰ। ਠੀਕ, ਇਹ ਸੀ ਆਪਣਾ ਇਲੈਕਟ੍ਰਿਕ ਕਾਂਸਟੈਂਟ ਦਾ ਟੌਪਿਕ। ਹਾਂਜੀ, ਹੁਣ ਆਪਾਂ ਨੇ ਪੜ੍ਹਨਾ ਹੈ 1 ਕੂਲਮ। 1 ਕੂਲਮ ਦੀ ਡੈਫੀਨੇਸ਼ਨ, ਇਹ ਬਹੁਤ ਇੰਪੋਰਟੈਂਟ ਟੌਪਿਕ ਆ। बोर्ड के एग्जाम के कई बार 4-5 बार पूछा गया क्वेश्चन है। बोर्ड के जो पूछा जाता क्वेश्चन है सीधा पूछ लेंगे ने डिफाइन 1 कूलम 1 नंबर के 1 नंबर के, या फिर पूछ लेंगे ने डिफाइन द SI यूनिट ऑफ चार्ज। डिफाइन SI यूनिट ऑफ चार्ज, डिफाइन का मतलब डेफिनेशन देनी है अपन। बच्चे की करते हैं कई बार दस देंगे कली कि SI यूनिट ऑफ चार्ज इज 1 कूलम या कूलम। तो इसका नंबर अद्धा मिल सकता है, नहीं पता ना भी मिले। उन्होंने क्वेश्चन पूछा डिफाइन द SI यूनिट ऑफ चार्ज। तो आप इसकी डेफिनेशन लिखनी है 1 कूलम की। ਇਹਦੀ ਡੈਫੀਨੇਸ਼ਨ ਲਿਖਣ ਵਾਸਤੇ ਆਪਾਂ ਜੋ ਕੂਲਮ ਲਾ ਦਾ ਜਿਹੜਾ ਉਸ ਦੇ ਫਾਰਮੂਲੇ ਤੇ ਆਪਾਂ ਨੇ ਹੈਲਪ ਲੈਣੀ ਆ। ਵੀ ਨੋ ਦੈਟ F is equal to 1/4 pi epsilon naught Q1 Q2 by r square। ਇਹ ਆਪਣੇ ਕੋਲ ਕੂਲਮ ਲਾ ਦਾ ਫਾਰਮੂਲਾ। ਜੇ ਆਪਾਂ ਕਰ ਲਈ ਲੈਟ, ਆਪਾਂ ਨੇ 1 ਕੂਲਮ ਦੀ ਡੈਫੀਨੇਸ਼ਨ ਦੇਣੀ ਨਾ, ਤਾਂ ਚਾਰਜ ਨੂੰ ਲੈਟ ਕਰ ਲਓ 1 ਕੂਲਮ। चार्ज Q1 Q2 बराबर है 1 कूलम। ये आप लेट कर लिया, इक्वल चार्ज ने, सिमिलर चार्ज ने 1 कूलम दे। ठीक है, जो सेम चार्ज ने ते उनका दे विच डिस्टेंस आ 1 मीटर मान लिया आपने, तो उनके च फोर्स कितनी लगूगी? F इज इक्वल टू ਇਹਦੀ ਜੋ ਵੈਲਿਊ ਹੁੰਦੀ ਆ ਉਹ ਕਿੰਨੀ ਹੁੰਦੀ ਆ? 9 × 10 raised to power 9 ਤੇ 1 × 1/1 ਦਾ ਸਕੁਅਰ ਕਰ ਕਰਾ ਕੇ ਆਪਣੇ ਕੋਲ ਕਿੰਨਾ ਆ ਗਿਆ? 9 × 10 raised to power 9 ਨਿਊਟਨ। ਤਾਂ ਫੋਰਸ ਉਦੋਂ ਇੰਨੀ ਲੱਗਦੀ ਆ ਜਦੋਂ 1 ਕੂਲਮ ਦਾ ਚਾਰਜ 1 ਕੂਲਮ ਦੇ ਚਾਰਜ ਨੂੰ ਤੇ ਫੋਰਸ ਕਿੰਨੀ ਲਗਾਉਂਦਾ? ਇੰਨੀ, ਜਦੋਂ 1 ਮੀਟਰ ਡਿਸਟੈਂਸ ਤੇ ਪਿਆ ਹੋਵੇ। ਤਾਂ ਹੁਣ ਆਪਾਂ ਇਹਦੀ ਡੈਫੀਨੇਸ਼ਨ ਲਿਖਣੀ ਆ 1 ਕੂਲਮ ਦੀ। ਸੋ 1 ਕੂਲਮ ਇਜ਼ that charge which repel the same charge, which repel the same and similar charge with a force of 9 × 10 raised to power 9 Newton when placed 1 meter apart from each other। ऐसे भी अपन ने डेफिनेशन बनानी है। ठीक, ते सिमिलर चार्ज होने चाहिए ने, तां ही रिपेल दी अपन ने वरतों कीती। प्लस प्लस होण, पॉजिटिव होण या नेगेटिव होण, तां इन्नी फोर्स नाल जो रिपेल करनगे उस चार्ज नूं आपां कहांगे 1 कूलम दा चार्ज। ठीक है, ते इत्थों आपां थोड़ा जिहा नाल एक भी लिख लईए कि आपां तुहानूं दस्सिआ सी कि इहदी CGS जो यूनिट है,
CGS यूनिट की है चार्ज दी, वो है स्टैट कूलम। जैनू ESU ये भी लिख देंगे शॉर्ट फॉर्म ਦੇ ਵਿੱਚ इलेक्ट्रोस्टैटिक यूनिट। ठीक, ਤੇ ਆਪਣੇ ਕੋਲੇ ਜੇ ਕਨਵਰਸ਼ਨ ਪੁੱਛ ਲੈਂਦੇ ਨੇ ਕਈ ਵਾਰ ਇੱਕ ਨੰਬਰ ਦੇ ਵਿੱਚ ਕਿ 1 ਕੂਲਮ ਕਿੰਨੇ ਸਟੈਟ ਕੂਲਮ ਦੇ ਬਰਾਬਰ ਹੈ, ਤਾਂ ਆਪਾਂ ਨੂੰ ਲਿਖਣਾ ਇੱਥੇ 3 × 10⁹ 9 ਸਟੈਟ ਕੂਲਮ ਦੇ ਬਰਾਬਰ ਹੈ। 1 ਕੂਲਮ = 3 × 10⁹ ਸਟੈਟ ਕੂਲਮ। ਇਹ ਵੀ ਆਪਾਂ ਨੇ ਯਾਦ ਰੱਖਣਾ ਹੈਗਾ ਤਾਂ ਕਿ ਇੱਕ ਨੰਬਰ ਦੇ ਵਿੱਚ ਟਰੂ ਫਾਲਸ ਚ ਪੁੱਛ ਸਕਦੇ ਨੇ, ਫਿਰ ਡੱਬੇ ਪੁੱਛ ਸਕਦੇ ਨੇ। ਠੀਕ ਹੈ, ਵੈਸੇ ਵੀ ਪੁੱਛ ਸਕਦੇ ਨੇ, ਕੋਈ ਵੀ ਕੁਐਸਚਨ ਬਣ ਸਕਦਾ ਇੱਕ ਨੰਬਰ ਦੇ ਵਿੱਚ। ਇਹ ਸੀ 1 ਕੂਲਮ ਦੀ ਡੈਫੀਨੇਸ਼ਨ। ਹਾਂਜੀ, ਹੁਣ ਆਪਾਂ ਨੇ ਸਟਾਰਟ ਕਰਨਾ ਹੈ ਕੂਲਮਸ ਲਾ ਇਨ ਵੈਕਟਰ ਫਾਰਮ। ਇਹ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ, 2 ਨੰਬਰ ਦੇ ਵਿੱਚ ਆ ਸਕਦਾ ਹੈ। ਵਾਟ ਇਜ਼ ਦਾ ਕੂਲਮਸ ਲਾ ਇਨ ਵੈਕਟਰ ਫਾਰਮ ਜਾਂ ਸਟੇਟ ਦਾ ਕੂਲਮਸ ਲਾ ਇਨ ਵੈਕਟਰ ਫਾਰਮ। ਤਾਂ ਇਹਦੇ ਵਿੱਚ ਕੀ ਆ, ਪਿੱਛੇ ਜੋ ਆਪਾਂ ਨੇ ਕੂਲਮਸ ਲਾ ਪੜਿਆ ਉਹ ਸਿਰਫ ਮੈਗਨੀਟਿਊਡ ਪੜਿਆ ਆਪਾਂ ਨੇ। फोर्स ਦੇ मैग्नीट्यूड ਦਾ ਫਾਰਮੂਲਾ ਲਿਖਿਆ ਸੀ ਆਪਣੇ F = 1.4570 Q1 Q2/r²। ਉਹ ਸਿਰਫ ਮੈਗਨੀਟਿਊਡ ਆਫ ਦਾ ਫੋਰਸ ਸੀਗਾ। ਵੈਕਟਰ ਫਾਰਮ ਦੇ ਵਿੱਚ ਆਪਾਂ ਨੇ ਡਾਇਰੈਕਸ਼ਨ ਵੀ ਲਿਖਣੀ ਹੈ, ਹੋਰ ਕੁਝ ਨਹੀਂ, ਬਸ ਇੰਨੀ ਗੱਲ ਹੈ ਕਿ ਡਾਇਰੈਕਸ਼ਨ ਐਡ ਕਰਨੀ ਹੈ ਆਪਾਂ ਨੂੰ। ਇਹਦੇ ਵਾਸਤੇ ਆਪਾਂ ਕੀ ਕਰਾਂਗੇ, ਲੈਟ ਕਰਾਂਗੇ 2 ਪੁਆਇੰਟ ਚਾਰजेस ਲੈਟ ਕਰਾਂਗੇ ਆਪਾਂ। ਮੰਨ ਲਓ ਇੱਕ ਆ ਸੀ ਪੁਆਇੰਟ ਚਾਰजेस, A ਪੁਆਇੰਟ ਤੇ ਪਿਆ, ਇੱਕ ਪੁਆਇੰਟ ਚਾਰਜ B ਤੇ ਪਿਆ। ਇਹ Q1 ਹੈ, ਇਹ Q2 ਹੈ। ਇਹਨਾਂ ਦੋਨਾਂ ਦੇ ਵਿੱਚ ਜੋ ਡਿਸਟੈਂਸ ਹੈ वो r है, डिस्टेंस r है। बट जब आप वेक्टर फॉर्म की गल करते हैं तो डिस्प्लेसमेंट की गल करांगे ते या यूनिट वेक्टर की गल करांगे। ठीक है, लेट करते हैं हुण आपां वेक्टर फॉर्म दे विच। लेट जो सेकंड चार्ज है वो फर्स्ट चार्ज ते जो फोर्स लगा रहा वो इधर, क्योंकि आप एक अज्यूम करना है सेम चार्जेस का मतलब लाइक चार्जेस, ਜਾਂ ਤਾਂ ਦੋਨੋਂ ਪੋਜ਼ਿਟਿਵ ਨੇ ਜਾਂ ਦੋਨੋਂ ਨੈਗੇਟਿਵ ਨੇ। ਉਹਦੇ ਲਈ ਆਪਾਂ ਇਹ ਡਾਇਗਰਾਮ ਬਣਾ ਰਹੇ ਹਾਂਗੇ। ਮੰਨ ਲਓ ਦੋਨੋਂ ਪੋਜ਼ਿਟਿਵ ਚਾਰजेस ਨੇ, ਤਾਂ Q2 Q1 ਨੂੰ ਕੀ ਕਰੂਗਾ, ਰਿਪੈਲ ਕਰੂਗਾ ਤੇ ਕਿੱਧਰ ਨੂੰ ਫੋਰਸ ਲਗਾਊਗਾ, ਇਸ ਤਰਫ, ਇਸ ਡਾਇਰੈਕਸ਼ਨ ਦੇ ਵਿੱਚ। ਤਾਂ ਇਹ ਹੈਗੀ ਫੋਰਸ ਔਨ ਚਾਰਜ 1 ਬਾਈ ਸੈਕੰਡ ਚਾਰਜ। ਇਸ ਦੀ ਡਾਇਰੈਕਸ਼ਨ ਇਹ ਵਾਲੀ ਹੈ। ਠੀਕ ਹੈ, ਤੇ ਸੈਕੰਡ ਚਾਰਜ ਤੇ ਜੋ ਫਸਟ ਚਾਰਜ ਫੋਰਸ ਲਗਾ ਰਿਹਾ ਉਹ ਵੀ ਰਿਪਲਸਿਵ ਫੋਰਸ ਹੈ, ਤਾਂ ਉਹਦੀ ਡਾਇਰੈਕਸ਼ਨ ਇਹ ਹੋਊਗੀ। ਤਾਂ ਇਹਨੂੰ ਆਪਾਂ ਲਿਖਾਂਗੇ ਫੋਰਸ ਔਨ ਸੈਕੰਡ ਚਾਰਜ ड्यू टू 1। ठीक, ਤੇ ਹੁਣ ਕੀ ਹੈ, ਆਪਾਂ ਨੂੰ ਇਸ ਦੇ ਜੋ ਡਿਸਟੈਂਸ r ਹੈ, ਮੰਨ ਲਓ Q1 ਤੋਂ Q2 ਤੱਕ ਆਪਾਂ ਮੈਜ਼ਰ ਕਰ ਰਹੇ ਹਾਂਗੇ ਫਰੋਮ Q1 ਟੂ Q2। ਤਾਂ ਉਹਦਾ ਜੋ ਪੋਜੀਸ਼ਨ ਵੈਕਟਰ ਹੈ, ਜੋ ਡਾਇਰੈਕਸ਼ਨ ਹੋਊਗੀ यूनिट वेक्टर ਦੀ, ਉਹ ਹੋਊਗੀ ਇਸ ਤੋਂ Q1 ਟੂ Q2। ਉਸ ਨੂੰ ਆਪਾਂ ਲਿਖ ਲਓ R1 to 2। ਇਹ ਹੈ यूनिट वेक्टर ਫਰੋਮ फर्स्ट चार्ज टू सेकंड चार्ज। ਜੇ ਆਪਾਂ ਇਧਰ ਨੂੰ ਮੈਜ਼ਰ ਕਰ ਰਹੇ ਹਾਂ ਤਾਂ ਆਪਾਂ ਲਿਖਾਂਗੇ ਇਧਰ ਵੱਲ ਨੂੰ ਡਾਇਰੈਕਸ਼ਨ। ਇਹ ਜੋ यूनिट वेक्टर ਹੈ ਉਹ ਹੈ R21 कैप। यूनिट वेक्टर ਕੀ ਹੁੰਦਾ, ਇਹ वेक्टर डिवाइडेड बाय इट्स मैग्नीट्यूड इज कॉल्ड यूनिट वेक्टर। ਜਿਵੇਂ ਕਿ मान लो कोई भी यूनिट वेक्टर की गल करिए ਆਪਾਂ इज इक्वल टू ए वेक्टर डिवाइडेड बाय इट्स मैग्नीट्यूड। ਇਸ ਨੂੰ ਆਪਾਂ ਕਹਿੰਦੇ यूनिट वेक्टर। यूनिट वेक्टर ਆਪਾਂ ਨੂੰ ਕੀ ਦੱਸਦਾ, ਸਿਰਫ ਡਾਇਰੈਕਸ਼ਨ ਦੱਸਦਾ ਕਿ ਇਸ ਤਰਫ ਜਾਂ ਇਸ ਤਰਫ। ਤਾਂ ਹੁਣ ਆਪਾਂ ਇੱਥੇ ਅੱਗੇ ਸਟਾਰਟ ਕਰ ਦੇंगे। जो फोर्स है, फोर्स ऑन चार्ज 1 बाय द सेकंड चार्ज, ਉਸ ਨੂੰ ਆਪਾਂ ਕਿਵੇਂ ਲਿਖਾਂਗੇ ਕੂਲਮ ਲਾ ਦੇ ਅਕੋਰਡਿੰਗ। फोर्स on 1 by 2 is equal to 1 upon 4 pi epsilon naught Q1 Q2 by फोर्स देखो किस डायरेक्शन ਦੇ ਵਿੱਚ ਲੱਗ ਰਹੀ ਆ, ਇਸ ਡਾਇਰੈਕਸ਼ਨ ਚ। ਤਾਂ ਇਧਰੋਂ ਇਧਰ ਹੀ ਆਪਾਂ ਡਿਸਟੈਂਸ ਮੈਜ਼ਰ ਕਰਾਂਗੇ। ਤਾਂ यूनिट वेक्टर ਕਿੰਨਾ ਲੈਣਾ R21। नीचे ਤਾਂ लिख लो r² मैग्नीट्यूड ਤਾਂ r ही है, बट डायरेक्शन ਕਿਹੜੀ ਹੈ R21 कैप। ਜਦੋਂ ਆਪਾਂ ਵੈਕਟਰ ਲਿਖਦੇ ਹਾਂ ਤਾਂ ਮੈਗਨੀਟਿਊਡ ਦੇ ਨਾਲ ਨਾਲ ਡਾਇਰੈਕਸ਼ਨ ਵੀ ਲਿਖਣੀ ਹੁੰਦੀ ਹੈ। ਇਹਨੂੰ ਇਕੁਏਸ਼ਨ ਨੰਬਰ 1 ਲਿਖ ਲਓ। ਸਿਮਿਲਰਲੀ फोर्स ऑन सेकंड चार्ज बाय द फर्स्ट, ਉਸ ਨੂੰ ਆਪਾਂ ਕੀ ਲਿਖਾਂਗੇ F21 ਵੈਕਟਰ ਇਜ਼ ਇਕੁਅਲ ਟੂ 1 upon 4 pi epsilon naught Q1 Q2 by r²। ਉਸ ਦੀ ਡਾਇਰੈਕਸ਼ਨ ਕੀ ਹੈ, जिस तरफ R12 है, तो लिखेंगे R12 कैप। ये है सेकंड इक्वेशन। हुण आपां देखो कि आ
जो मैग्नीट्यूड है इथों लेके इस Q1 ਤੋਂ ਲੈ ਕੇ Q2 ਤੱਕ ਜੋ ਡਿਸਟੈਂਸ ਹੈ ਉਸ ਦਾ ਮੈਗਨੀਟਿਊਡ ਤਾਂ ਆ ਰਹੀ ਹੈ, ਫਰਕ ਕੀ ਹੈ ਸਿਰਫ ਡਾਇਰੈਕਸ਼ਨ ਦਾ। ਤੇ ਇਹਨਾਂ ਦੋਨਾਂ ਡਾਇਰੈਕਸ਼ਨ ਦੇ ਵਿੱਚ ਕੀ ਫਰਕ ਆ, ਇਹ ਸਿਰਫ ਇੱਕ ਦੂਜੇ ਦੇ ਆਪੋਜ਼ਿਟ ਨੇ। ਤਾਂ ਉਹੀ ਇੱਥੇ ਕੀ ਆਪਣੇ ਕੋਲੇ r12 ਕੈਪ ਇਜ਼ ਇਕੁਅਲ ਟੂ -r21 ਕੈਪ ਇੱਕ ਦੂਜੇ ਦੇ ਰਿਵਰਸ ਦੇ ਵਿੱਚ ਨੇ। ਤਾਂ ਆਪਾਂ ਇੱਕ ਦੀ ਵੈਲਿਊ ਕਿਸੇ ਇਕੁਏਸ਼ਨ ਦੇ ਵਿੱਚ ਪੁੱਟ ਕਰ ਦਾਂਗੇ। ਮੰਨ ਲਓ ਸੈਕੰਡ ਇਕੁਏਸ਼ਨ ਦੇ ਵਿੱਚ ਪੁੱਟ ਕਰਤੀ ਆਪਾਂ ਨੇ, r12 ਦੀ ਵੈਲਿਊ ਇੱਥੇ ਪੁੱਟ ਕਰਤੀ, ਤਾਂ ਆਪਣੇ ਕੋਲ ਆ ਗਿਆ f21 ਵੈਕਟਰ ਇਜ਼ ਇਕੁਅਲ ਟੂ 1/4 ਪਾਈ ਐਪਸੀਲਨ ਡਾਟ q1 q2 ਬਾਈ r ਸਕੁਅਰ ਇਨਟੂ ਇੱਥੇ ਕੀ ਕਰਤਾ ਮੈਂ -r21 ਕੈਪ। ठीक अब माइनस साइन अगे लिख लो चाहे कोई चक्कर नहीं। ये थर्ड इक्वेशन हुण तुसीं देखो फर्स्ट इक्वेशन ते थर्ड इक्वेशन लेफ्ट हैंड साइड बाद देखदे पर राइट हैंड साइड ते देखो आ सेम बस माइनस साइन दा फर्क है। इट मींस कि वन दी इक्वेशन थर्ड दे विच की इक्वेशन अपने कोल आ गया f12 वेक्टर इज इक्वल टू माइनस ऑफ f21 वेक्टर। ठीक ਇਹ ਆਪਣੇ ਕੋਲ ਰਿਜ਼ਲਟ ਨਿਕਲਿਆਗਾ ਫੋਰਸ ਦਾ ਕਿ ਡਾਇਰੈਕਸ਼ਨ ਇੱਕ ਦੂਜੇ ਦੇ ਕੀ ਹੁੰਦੀ ਆ ਆਪੋਜ਼ਿਟ ਹੁੰਦੀ। ਇਹਨੂੰ ਆਪਾਂ ਕਹਿ ਸਕਦੇ ਹਾਂ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਇਨ ਮੈਗਨੀਟਿਊਡ ਬਟ ਆਪੋਜ਼ਿਟ ਇਨ ਡਾਇਰੈਕਸ਼ਨ। ਜੇ ਇੱਕ ਚਾਰਜ ਦੂਜੇ ਚਾਰਜ ਤੇ ਫੋਰਸ ਇੱਧਰ ਲਗਾ ਰਿਹਾ ਤਾਂ ਦੂਜਾ ਚਾਰਜ ਪਹਿਲੇ ਚਾਰਜ ਤੇ ਫੋਰਸ ਇੱਧਰ ਨੂੰ ਲਗਾਏਗਾ ਆਪੋਜ਼ਿਟ ਡਾਇਰੈਕਸ਼ਨ ਵਿੱਚ, ਬਟ ਫੋਰਸ ਕੀ ਹੋਊਗੀ ਦੋਨਾਂ ਦੀ ਇਕੁਅਲ ਹੋਵੇਗੀ। ਤੇ ਵੈਕਟਰ ਫਾਰਮ ਦੇ ਵਿੱਚ ਆਪਾਂ ਨੇ ਇਹੀ ਲਿਖਣਾ ਹੈ, ਵੈਕਟਰ ਫਾਰਮ ਦੇ ਵਿੱਚ ਜੋ ਫੋਰਸ ਦਾ ਫਾਰਮੂਲਾ ਹੈ ਉਹ ਹੈ f vector is equal to 1/4 pi epsilon naught q1 q2 by r square into r cap। ये है अपना कूलम्स लॉ इन वेक्टर फॉर्म। ठीक ਤੇ ਇਸ ਦੇ ਹੁਣ ਕੀ ਜੋ ਆਪਾਂ ਨੇ ਕੂਲम्स लॉ इन वेक्टर फॉर्म पढ़िया है ਇਸ ਦੇ ਕੁਝ ਯੂਜ਼ ਹੁੰਦੇ ਨੇ, ਕੁਝ ਰਿਜ਼ਲਟ ਨਿਕਲਦੇ ਨੇ। ਉਹ ਕੀ ਨੇ ਰਿਜ਼ਲਟ ਉਹ ਆਪਾਂ ਹੁਣ ਅੱਗੇ ਡਿਸਕਸ ਕਰਦੇ ਹਾਂ। ਜੋ ਇਸ ਦੇ यूजेज ने यूजेज ऑफ कूलम्स लॉ वो की ने फर्स्ट यूज किया इट ओबे न्यूटन्स थर्ड लॉ ऑफ मोशन। न्यूटन्स थर्ड लॉ आप पीछे देखा कि f12 इज इक्वल टू माइनस f21 वेक्टर। इट मींस कि न्यूटन का थर्ड लॉ ओबे करदा एक्शन एंड रिएक्शन आर इक्वल बट इन ऑपोजिट डायरेक्शन। नंबर 2 कूलम्स लॉ तो आपको ये पता लगता है कि जी दो चार्जेस ਦੇ ਵਿੱਚ जो फोर्स है वो सेंट्रल फोर्स है। कूलम्स फोर्स इज सेंट्रल फोर्स। सेंट्रल फोर्स ਕਿਹੜੀ ਹੁੰਦੀ ਹੈ ਜੋ ਕਿਸੇ ਦੋ ਬੋਡੀਜ਼ ਦੇ ਵਿੱਚ ਅਲੋਂਗ ਦਾ ਸੈਂਟਰ 'ਚ ਲੱਗਦੀ ਹੈ, ਅਲੋਂਗ ਦਾ ਲਾਈਨ ਜੁਆਇਨਿੰਗ ਆਫ ਦਾ ਸੈਂਟਰ 'ਚ ਲੱਗਦੀ ਹੈ। ਇਹਦੇ ਵਿੱਚ ਵੀ ਆਪਾਂ ਦੇਖਿਆ ਸੀਗਾ ਕਿ ਦੋ ਚਾਰਜ ਸੀਗੇ, ਇਹਨਾਂ ਦੇ ਸੈਂਟਰਸ ਦੇ ਅਲੋਂਗ ਹੀ ਇੱਕ ਫੋਰਸ ਇੱਧਰ ਨੂੰ ਲੱਗਦੀ ਹੈ, ਦੂਜੀ ਫੋਰਸ ਇੱਧਰ ਨੂੰ ਲੱਗਦੀ ਹੈ ਅਲੋਂਗ ਦਾ ਸੈਂਟਰ। ਐਵੇਂ ਨਹੀਂ ਹੈ ਕਿ ਇੱਕ ਫੋਰਸ ਇੱਧਰ ਲੱਗਦੀ ਹੈ ਦੂਜੀ ਇੱਧਰ ਨੂੰ ਲੱਗ ਰਹੀ ਹੈ ਨਾ, ਲਾਈਨ ਜੁਆਇਨਿੰਗ ਦਾ ਸੈਂਟਰਸ ਆਫ ਦਾ ਟੂ ਚਾਰਜ ਲੱਗਦੀ ਹੈ, ਤਾਂ ਹੀ ਇਹਨੂੰ ਕਿਹਾ ਜਾਂਦਾ ਸੈਂਟਰਲ ਫੋਰਸ। ਥਰਡ ਜੋ ਇਹਦਾ ਯੂਜ਼ ਹੈ ਉਹ ਹੈ, ਇਸ ਤੋਂ ਇਹ ਪਤਾ ਲੱਗਦਾ ਹੈ ਆਪਾਂ ਨੂੰ ਕਿ ਲਾਈਕ ਚਾਰजेस ਰਿਪੈਲ ਕਰਦੇ ਨੇ ਐਂਡ ਅਨਲਾਈਕ ਚਾਰजेस अट्रैक्ट करते हैं। ठीक ये अपने तीन यूज इस तो पता लगते हैं। कुछ ये लिमिटेशंस भी ने। लिमिटेशंस की ने इत्थे ਆਪਾਂ भी डिस्कस कर लेने ਨਾਲ ਦੀ ਨਾਲ। लिमिटेशंस की है, पहली लिमिटेशन ਤਾਂ ਇਹੀ ਹੈ कि ਇਹ ਸਿਰਫ ਤੇ ਸਿਰਫ ਪੁਆਇੰਟ ਚਾਰजेस ਵਾਸਤੇ ਹੀ ਐਪਲੀਕੇਬਲ ਆ। ਕੂਲम्स लॉ जो एप्लीकेबल है पॉइंट चार्जेस वास्ते ओनली एप्लीकेबल टू पॉइंट चार्जेस। सेकंड जो चार्जेस ने वो की होने चाहिए ने कि स्टेशनरी होने चाहिए ने, रेस्ट ते होने चाहिए ने, क्योंकि इलेक्ट्रोस्टैटिक्स पढ़ रहे हैं अपन तां ही कूलम्स लॉ इन इलेक्ट्रोस्टैटिक्स लगदा उत्थे। चार्जेस मस्ट बी स्टेशनरी। ये दी लिमिटेशन है, एक मूविंग चार्जेस ते लॉ नहीं लगता। थर्ड जो इसकी लिमिटेशन है इसकी के जो डिस्टेंस दी लिमिटेशन आ ये न्यूक्लियस दे विच इलेक्ट्रोस्टैटिक फोर्स नहीं लगदी। कूलम लॉ जेड़ा न्यूक्लियस दे विच नहीं लगदा एटम दे न्यूक्लियस दा जो
साइज है वो है अप्रोक्सीमेट 1 फर्मी। तो आप लिखांगे इट इज एप्लीकेबल beyond the distance of 1 फर्मी। 1 फर्मी कितना होगा 10⁻⁻15 मीटर। इस तो ज्यादा डिस्टेंस होनी चाहिए दो चार्जेस ਦੇ ਵਿੱਚ ਤਾਂ ਹੀ ਇਹ ਐਪਲੀਕੇਬਲ ਹੈ। ਜੇ ਇਸ ਤੋਂ ਘੱਟ ਡਿਸਟੈਂਸ ਹੋਗੀ ਤਾਂ ਉੱਥੇ ਕੂਲਮਸ ਲਾ ਨਹੀਂ ਐਪਲੀਕੇਬਲ ਹੁੰਦਾ, ਉੱਥੇ ਕੂਲਮਸ ਫੋਰਸ ਨਹੀਂ ਲੱਗਦੀ ਜਾਂ ਅਟਰੈਕਸ਼ਨ ਜਾਂ ਰਿਪਲਸਿਵ ਫੋਰਸ, ਉੱਥੇ ਨਿਊਕਲੀਅਰ ਫੋਰਸ ਲੱਗਦੀ ਹੈ ਵਿੱਚ ਅਟਰੈਕਟਿਵ ਆਲਵੇਜ਼। ਨਿਊਕਲੀਅਰ ਫੋਰਸਸ ਬਾਰੇ ਉਸ ਦੀਆਂ ਅਲੱਗ ਪ੍ਰਾਪਰਟੀਆਂ ਨੂੰ ਆਪਾਂ +1 ਦੇ ਵਿੱਚ ਪੜ੍ਹੀਆਂ ਸੀ। ਇਹ ਸੀ ਇਹਦੇ ਯੂਜ਼ੇਸ ਤੇ ਲਿਮਿਟੇਸ਼ਨਸ ਆਫ ਦਾ ਕੂਲਮਸ ਲਾ। ਹਾਂਜੀ ਹੁਣ ਆਪਾਂ ਨੇ ਪੜ੍ਹਨਾ ਹੈ ਕੂਲਮਸ ਲਾ ਇਨ ਟਰਮਸ ਆਫ ਪੋਜੀਸ਼ਨ ਵੈਕਟਰ। ਪੋਜੀਸ਼ਨ ਵੈਕਟਰ ਦੀ ਟਰਮਸ ਦੇ ਵਿੱਚ ਕੂਲਮਸ ਲਾ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ, ਜੋ ਕੂਲਮ ਲਾ ਦਾ ਜੋ ਫੋਰਸ ਦਾ ਫਾਰਮੂਲਾ ਕਿਸ ਤਰ੍ਹਾਂ ਲਿਖਿਆ ਜਾਂਦਾ। ਪੋਜੀਸ਼ਨ ਵੈਕਟਰ ਦੀ ਫਾਰਮ ਦਾ ਮਤਲਬ ਕੀ ਹੈ? ਪੋਜੀਸ਼ਨ ਵੈਕਟਰ ਦਾ ਮਤਲਬ ਹੁੰਦਾ ਕਿ ਆਪਾਂ ਉਹੀ ਦੋ ਚਾਰਜ ਨੂੰ ਥਰਡ ਜਗ੍ਹਾ ਤੋਂ ਤੀਜੀ ਜਗ੍ਹਾ ਤੋਂ ਕਿਸੇ ਹੋਰ ਪੋਜੀਸ਼ਨ ਤੋਂ ਦੇਖ ਰਹੇ ਹਾਂ। ਪਹਿਲਾਂ ਜੋ ਆਪਾਂ ਨੇ ਪੜ੍ਹੇ ਸੀ ਚਾਰਜ A ਤੇ B ਪੁਆਇੰਟ ਤੇ ਚਾਰजेस ਪਏ ਸੀ ਨਾ Q1 Q2 ਸਿੱਧੀ ਲਾਈਨ ਦੇ ਵਿੱਚ ਆਪਣੇ ਕੋਲ ਫੋਰਸ ਲੱਗ ਰਿਹਾ ਸੀ, ਉਹ ਆਪਾਂ ਉਸੇ ਦੇ ਰਿਸਪੈਕਟਿਵ ਪੁਆਇੰਟ ਤੋਂ ਲਿਖ ਰਹੇ ਸੀਗੇ ਕਿ ਡਿਸਟੈਂਸ ਉਹਨਾਂ ਦੇ ਵਿੱਚ r। ਪਰ ਜੇ ਆਪਾਂ ਤੀਜੀ ਜਗ੍ਹਾ ਤੇ ਮੰਨ ਲਓ ਇੱਥੋਂ ਇਸ origin ਤੋਂ ਇਸ ਪੋਜੀਸ਼ਨ ਤੋਂ ਬੈਠੇ ਦੇਖ ਰਹੇ ਹਾਂਗੇ ਦੋ ਚਾਰਜ ਦੇ ਵਿੱਚ ਫੋਰਸਸ ਲੱਗ ਰਹੀਆਂ ਨੇ ਹਨਾ, ਜੋ ਉਹੀ ਪਹਿਲਾਂ ਵਾਂਗੂ ਸਿਸਟਮ ਆ ਕਿ ਫਸਟ ਚਾਰਜ Q1 A ਤੇ ਪਿਆ, ਸੈਕੰਡ ਚਾਰਜ Q2 B ਤੇ ਪਿਆ। फर्स्ट चार्ज ਤੇ ਸੈਕੰਡ ਚਾਰਜ ਕਰਕੇ ਜੋ ਫੋਰਸ ਆ ਇਧਰ ਲੱਗ ਰਹੀ ਹੈ F ਫੋਰਸ ਔਨ 1 ਬਾਈ ਸੈਕੰਡ, ਤੇ ਸੈਕੰਡ ਤੇ ਫੋਰਸ ਲੱਗ ਰਹੀ ਹੈ ਇਧਰ ਨੂੰ F21 ਵੈਕਟਰ। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਜੋ ਪੋਜੀਸ਼ਨ ਵੈਕਟਰ ਆ ਡਿਸਟੈਂਸ ਤਾਂ ਦੋਨਾਂ ਦੇ ਵਿੱਚ r ਆ ਵੈਸੇ ਤਾਂ, ਬਟ ਆਪਾਂ ਪੋਜੀਸ਼ਨ ਵੈਕਟਰ ਕਿਵੇਂ ਲਿਖਣਾ? ਮੰਨ ਲਓ ਇੱਥੋਂ ਇਧਰ ਨੂੰ ਜੋ ਹੈ ਪੋਜੀਸ਼ਨ ਵੈਕਟਰ ਇਸ ਡਾਇਰੈਕਸ਼ਨ ਦੇ ਵਿੱਚ ਫਰੋਮ 1 to ਸੈਕੰਡ ਤਾਂ ਹੋਏਗਾ r12 ਵੈਕਟਰ। ਵੈਕਟਰ ਦੇ ਫਾਰਮ ਦੇ ਵਿੱਚ ਲਿਖਿਆ ਇਸ ਵਾਰ ਇਹ ਹੈ। ਇਹਨੂੰ ਆਪਾਂ ਇੱਥੋਂ ਦੇਖ ਰਹੇ ਹਾਂਗੇ ਇਸ ਪੋਜੀਸ਼ਨ ਤੋਂ। ਜਦ ਆਪਾਂ ਇਸ ਪੋਜੀਸ਼ਨ ਤੋਂ ਦੇਖ ਰਹੇ ਹਾਂਗੇ ਤਾਂ ਇੱਥੋਂ ਜੋ ਫਸਟ ਚਾਰਜ ਹੈ Q1 ਉਸ ਦੀ ਪੋਜੀਸ਼ਨ ਹੈ r1 ਵੈਕਟਰ। ਜੋ ਸੈਕੰਡ ਚਾਰਜ ਆ ਇੱਥੋਂ ਕਿੰਨੀ ਡਿਸਟੈਂਸ ਤੇ ਪਿਆਗਾ, ਕਿੰਨੀ ਉਸ ਦੀ ਡਿਸਪਲੇਸਮੈਂਟ ਕਿੰਨੀ ਹੈ ਇੱਥੋਂ, ਉਹ ਹੈ r2 ਵੈਕਟਰ। ਤਾਂ ਹੁਣ ਇੱਥੋਂ ਤੀਜੀ ਜਗ੍ਹਾ ਤੋਂ ਇਸ ਪੋਜੀਸ਼ਨ ਤੋਂ ਆਪਾਂ ਨੋਟਿਸ ਕਰ ਰਹੇ ਹਾਂ ਕਿ ਫਸਟ ਚਾਰਜ ਸੈਕੰਡ ਚਾਰਜ ਤੇ ਕਿੰਨੀ ਫੋਰਸ ਲਗਾ ਰਿਹਾ ਨਾ, ਇਸ ਨੂੰ ਆਪਾਂ ਕਹਿੰਦੇ ਕਿ ਕੂਲਮਸ ਲਾ ਇਨ ਪੋਜੀਸ਼ਨ ਵੈਕਟਰ ਫਾਰਮ। ਤਾਂ ਹੁਣ ਪੋਜੀਸ਼ਨ ਵੈਕਟਰ ਫਾਰਮ ਦੇ ਵਿੱਚ ਕੁਝ ਨਹੀਂ, ਸਿੰਪਲ ਹੀ ਆ ਉਹੀ ਆਪਣਾ ਜੋ ਪਹਿਲਾਂ ਵਾਲਾ ਰੂਲ ਆ ਉਹੀ ਲੱਗੂਗਾ। ਮੰਨ ਲਓ ਆਪਣੇ ਕੋਲ ਇੱਥੇ ਸੀਗਾ ਫਸਟ ਫੋਰਸ ਦਾ ਜੋ ਫਾਰਮੂਲਾ ਹੈ ਆਪਣੇ ਕੋਲ ਕੀ ਸੀਗਾ, ਫੋਰਸ ਔਨ ਫਸਟ ਚਾਰਜ ਬਾਈ ਸੈਕੰਡ। ਠੀਕ, ਜੇ ਫੋਰਸ ਔਨ ਸੈਕੰਡ ਬਾਈ ਫਸਟ ਲਿਖ ਲਓ ਉਹ ਕਿੰਨੀ ਆ, ਕਿੰਨਾ ਫਾਰਮੂਲਾ ਲੱਗੂਗਾ ਆਪਣੇ ਕੋਲ 1/4 ਪਾਈ ਐਪਸਾਈਲਨ ਨਾਟ Q1 Q2 ਬਾਈ सीधा फार्मूला लिख रहा हूं मैं, इसकी पोजीशन दी फॉर्म च नहीं लिख रहा, सीधा फार्मूला ये फोर्स कितनी है इसी डायरेक्शन च जो वेक्टर अपने को कितना है r12 तो r12 इस दा स्क्वायर नीचे ऊपर r12 दा कैप पोजीशन दा जो यूनिट वेक्टर है इस। ठीक, हुण आपां की लिखांगे, हुण आपां इहनूं मल्टीप्लाई कर दो, मल्टीप्लाई ते डिवाइड कर दो कादे नाल इस दे मैग्नीट्यूड नाल। ਤਾਂ ਇਹ ਕਿੰਨਾ ਆ ਗਿਆ? ਮੰਨ ਲਓ ਮੈਂ ਇੱਥੇ ਮਲਟੀਪਲਾਈ ਕਰਤਾ r12 ਨਾਲ ਤੇ ਡਿਵਾਈਡ ਵੀ ਕਰਤਾ r12 ਨਾਲ, ਮੈਗਨੀਟਿਊਡ ਆਫ r12। ਤਾਂ ਹੁਣ ਜਦੋਂ ਕੋਈ ਵੈਕਟਰ ਨੂੰ ਯੂਨਿਟ ਵੈਕਟਰ ਗੁਣਾ ਉਸ ਦਾ ਮੈਗਨੀਟਿਊਡ ਹੋਵੇ ਤਾਂ ਉਹ ਵੈਕਟਰ ਬਣ ਜਾਂਦਾ। ਤਾਂ ਇਸ ਨੂੰ ਆਪਾਂ ਹੁਣ ਕੀ ਲਿਖ ਸਕਦੇ ਹਾਂ f21 ਵੈਕਟਰ 1/4 ਪਾਈ ਐਪਸਾਈਲਨ ਨਾਟ Q1 Q2 ਬਾਈ ਆ ਦੋ ਪਹਿਲਾਂ ਸੀ ਕਾ ਹੋ ਗਿਆ ਤਾਂ r12 ਦੀ ਪਾਵਰ ਕਿੰਨਾ ਹੋ ਗਿਆ 3। ਇਹ ਤਾਂ ਨੀਚੇ ਤਾਂ ਮੈਗਨੀਟਿਊਡ ਆ, ਉੱਪਰ ਮੈਗਨੀਟਿਊਡ ਗੁਣਾ ਡਾਇਰੈਕਸ਼ਨ ਕੀ ਬਣ ਜਾਂਦਾ ਵੈਕਟਰ। ਮੈਗਨੀਟਿਊਡ ਇਹ ਵੈਕਟਰ ਇਜ਼ ਕੁਆਂਟੀਟੀ ਕੀ ਹੁੰਦਾ, ਉਹਦੇ ਵਿੱਚ ਮੈਗਨੀਟਿਊਡ ਵੀ ਹੁੰਦਾ ਤੇ ਡਾਇਰੈਕਸ਼ਨ ਵੀ ਹੁੰਦੀ ਹੈ। ਤਾਂ ਮੈਗਨੀਟਿਊਡ ਗੁਣਾ ਡਾਇਰੈਕਸ਼ਨ ਕੀ ਬਣ ਗਿਆ, ਇੱਕ ਵੈਕਟਰ ਬਣ ਗਿਆ r12 ਵੈਕਟਰ। ਆ ਕੈਪ ਆ ਜੋ ਯੂਨਿਟ ਵੈਕਟਰ ਦਾ, ਬਿਨਾ ਉਹਦੇ ਤੋਂ ਮੈਗਨੀਟਿਊਡ ਹੁੰਦਾ ਵੈਕਟਰ ਵੈਕਟਰ। ਠੀਕ, ਤਾਂ ਇਹ ਆ ਗਿਆ ਆਪਣੇ ਕੋਲੇ f21 ਵੈਕਟਰ। ਠੀਕ, ਤੇ ਹੁਣ ਆਪਣੇ ਕੋਲ ਕੀ ਆ सिमिलरली ਆਪਾਂ ਕੀ ਲਿਖ ਸਕਦੇ ਹਾਂ f12 ਵੈਕਟਰ ਲਿਖ ਸਕਦੇ ਹਾਂ 1/4 ਪਾਈ ਐਪਸਾਈਲਨ ਨਾਟ Q1 Q2 ਬਾਈ r21 ਦਾ ਕਿਊਬ ਤੇ r21 ਵੈਕਟਰ। ਇਹ ਆਪਾਂ ਲਿਖ ਸਕਦੇ
ਇਹ ਹਾਲੇ ਆਪਾਂ ਨੇ ਪੋਜੀਸ਼ਨ ਵੈਕਟਰ ਦੀ ਫਾਰਮ ਦੇ ਵਿੱਚ ਨਹੀਂ ਲਿਖਿਆ, ਹੁਣ ਆਪਾਂ ਪੋਜੀਸ਼ਨ ਵੈਕਟਰ ਦੀ ਫਾਰਮ 'ਚ ਲਿਖਾਂਗੇ। ट्रायंगल ऑफ वेक्टर एडिशन याद है +1 ਦਾ ਟੌਪਿਕ, ਉਹੀ ਇੱਥੇ ਲੱਗਣਾ। in this triangle this vector r1 vector is from origin to this r2 vector is from this ਤੇ ਆ r12 vector ਇਸ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। r21 vector ਇਧਰ ਡਾਇਰੈਕਸ਼ਨ ਦੇ ਵਿੱਚ, ਉਹ ਫਿਲਹਾਲ ਆਪਾਂ ਇੱਥੇ ਨਹੀਂ ਲਿਖ ਰਹੇ ਤਾਂ ਕਿ ਉਲਝਣ ਵਾਲੀ ਨਾ ਹੋ ਜਾਏ। ਤਾਂ ਬਾਈ ਦਾ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ this vector plus this vector ਇਹਨਾਂ ਦੋਨਾਂ ਦਾ ਰਿਜ਼ਲਟੈਂਟ ਇਹ ਆ ਆਪੋਜ਼ਿਟ ਡਾਇਰੈਕਸ਼ਨ ਵਾਲਾ। ਤਾਂ ਆਪਣੇ ਕੋਲ ਆ ਗਿਆ r1 vector plus r12 vector is equal to r2 vector। इथों r12 वेक्टर की वैल्यू पता कर लो, इक्वेशन नंबर 1 सी, इक्वेशन नंबर 2 सी। तो r12 कितना आ गया, r2 वेक्टर माइनस r1 वेक्टर। यह वैल्यू है जो r12 दी वो इत्थे इक्वेशन नंबर 1 दे विच पुट कर दो, ठीक। इत्थे भी ते इत्थे भी, ये मैग्नीट्यूड है उसदा, ये वेक्टर। इसदा मैग्नीट्यूड किस तरह लिखा जाऊगा, कल्ला r12, इसका मैग्नीट्यूड इस तरह लिखा जाऊगा, इसके ऊपर है 2 की पै जाएंगे, बार पै जाएंगे। तो हम इक्वेशन नंबर 1 की बन गई f21 वेक्टर इज इक्वल टू 1/4 एप्सिलॉन नॉट q1 q2 बाय, इत्थे मैं इसकी वैल्यू पुट कर रहागा। ये सी r2 माइनस r1 वेक्टर का मैग्नीट्यूड की पावर 3 ਤੇ ਉੱਪਰ ਹੈਗਾ ਸੀਗਾ ਕੱਲਾ ਵੈਕਟਰ ਦਾ ਮਤਲਬ r2 ਵੈਕਟਰ ਮਾਈਨਸ r1 ਵੈਕਟਰ। ਇਹ ਗੋਲ ਬ੍ਰੈਕਟ ਪਾਉਣਾ, ਇਸ ਦਾ ਮਤਲਬ ਵੈਕਟਰ ਹੈ ਇਹ ਜੋ ਸਿੱਧੀਆਂ ਲਾਈਨਾਂ ਪਾਉਣੇ ਆਪਾਂ, ਇਸ ਦਾ ਮਤਲਬ ਮੈਗਨੀਟਿਊਡ ਆ। ਤਾਂ ਇਹ ਆ ਗਿਆ ਆਪਣੇ ਕੋਲੇ ਫੋਰਸ ਔਨ ਸੈਕੰਡ ਚਾਰਜ ਬਾਈ ਦਾ ਫਸਟ ਚਾਰਜ ਦਾ ਪੋਜੀਸ਼ਨ ਵੈਕਟਰ ਫਾਰਮ ਦੇ ਵਿੱਚ। ਸਿਮਿਲਰਲੀ ਇਕੁਏਸ਼ਨ ਨੰਬਰ 2 ਕੀ ਬਣ ਜੂਗੀ, ਉਹ ਆ ਗਿਆ ਆਪਣੇ ਕੋਲੇ f12 ਵੈਕਟਰ is equal to 1/4 एप्सिलॉन नॉट q1 q2 upon r। इथे उल्ट किया जाएगा, सिमिलरली आपने कोई किया जाएगा 21 वेक्टर का बराबर आ जाएगा r1 माइनस r2, उल्टा आ जाएगा, ठीक है। बस यही फर्क है और कुछ नहीं। तो इथे आपने कोई आ जाएगा r1 वेक्टर माइनस r2 वेक्टर, इसका मैग्नीट्यूड की पावर 3 ऊपर r1 वेक्टर माइनस r2 वेक्टर। ये अपने कोले दूजी फोर्स आ गई। दोनों फोर्स है बराबर ने बट ऑपोजिट डायरेक्शन दे विच ने। आपां नूं इत्थों ही पता लग रहा मैग्नीट्यूड दा दोनों दा सेम ही आ जाऊगा, ठीक है। ते आ एक अगे एक पिछे दे करके डायरेक्शन ऑपोजिट हो जाएगी। तो इसी कूलम्स लॉ इन टर्म्स ऑफ पोजीशन वेक्टर, ठीक है। किसी तीजी पोजीशन तो बैठे आपां देख रहे हैं कि कितनी फोर्स लग रही है कितनी। ये सी हुण आपां ने पढ़ना है प्रिंसिपल ऑफ सुपरपोजिशन ऑफ कूलम्स फोर्स। जो कूलम की फोर्स का उसते एक प्रिंसिपल आता है जिसको सुपरपोजिशन प्रिंसिपल कहते हैं। सुपरपोजिशन प्रिंसिपल जिथे भी लगता उत्थे सारा दा मीनिंग लगभग इको जिहा। इट स्टेट्स दैट द टोटल फोर्स ऑन ए चार्ज, कोई एक चार्ज आ मान लो आ चार्ज आ, ठीक। ਇਹਦੇ ਆਲੇ ਦੁਆਲੇ ਬਹੁਤ ਸਾਰੇ ਚਾਰजेस ਪਏ ਨੇ। ਮੰਨ ਲਓ ਇੱਥੇ ਪਿਆ Q1 ਚਾਰਜ, ਇੱਥੇ ਪਿਆ Q2 ਚਾਰਜ, ਇੱਥੇ ਪਿਆ Q3 ਚਾਰਜ, ਇੱਥੇ ਪਿਆ Q4 ਚਾਰਜ। ਇਸ ਤਰ੍ਹਾਂ ਬਹੁਤ ਸਾਰੇ ਚਾਰਜ ਪਏ ਨੇ Qn ਤੱਕ, ਠੀਕ। ਇਹਨਾਂ ਦੀ ਡਿਸਟੈਂਸ ਵੀ ਅਲੱਗ-ਅਲੱਗ ਹੋਊਗੀ, r1 r2, ਠੀਕ ਹੈ, r3 r4, इस तरह अलग अलग अप टू Rn। तो मान लो कोई चार्ज है आले बहुत सारे चार्जेस पे ने। तो प्रिंसिपल ऑफ सुपरपोजिशन की कहता है कि फोर्स टोटल फोर्स ऑन ए सिंगल चार्ज, टोटल फोर्स ऑन ए चार्ज इज इक्वल टू द सम ऑफ द फोर्सेस बाय द इंडिविजुअल चार्जेस। जो कल्ले कल्ले दी जो फोर्स लगूगी इस ते, जिवें पहला चार्ज जो इस ते फोर्स लगा रहा वो है F1, दूजा चार्ज जो इस ते फोर्स लगा रहा वो है F2,
ਤੀਜਾ ਚਾਰਜ ਲਗਾ ਰਿਹਾ F3। ਇਸੇ ਤਰ੍ਹਾਂ ਹੀ ਜੋ n ਚਾਰजेस ਨੇ ਉਹ ਕਿੰਨੀ ਫੋਰਸ ਲਗਾ ਰਹੇ ਨੇ Fn। ਤਾਂ ਟੋਟਲ ਫੋਰਸ ਜਿਹੜੀ ਉਹ ਸਾਰਿਆਂ ਦੇ ਸਮ ਦੇ ਬਰਾਬਰ ਹੋਊਗੀ। ਦਿਸ ਇਜ਼ ਦਾ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆਫ ਫੋਰਸ। ਠੀਕ, ਸੁਪਰਪੋਜੀਸ਼ਨ ਪ੍ਰਿੰਸੀਪਲ ਹਮੇਸ਼ਾ ਇਹੀ ਹੁੰਦਾ ਹੈ ਕਿ ਟੋਟਲ ਜੋ ਫੋਰਸ ਆ ਉਹ ਸਾਰਿਆਂ ਦਾ ਸਮ ਹੁੰਦੀ ਹੈ। ਠੀਕ ਹੈ, ਇੱਥੇ ਹੀ ਐਪਲੀਕੇਬਲ ਆ। ਜੇ ਆਪਾਂ ਇਹਨੂੰ ਥੋੜਾ ਐਕਸਪੈਂਡ ਕਰਕੇ ਲਿਖਣਾ ਹੋਵੇ ਉਹ ਕਿਸ ਤਰ੍ਹਾਂ ਲਿਖਾਂਗੇ ਆਪਾਂ? F ਵੈਕਟਰ ਇਜ਼ ਇਕੁਅਲ ਟੂ ਫਸਟ ਫੋਰਸ ਦਾ ਜੋ ਕੂਲਮ ਦਾ ਫਾਰਮੂਲਾ ਆਪਣਾ ਉਹ ਕਿਸ ਤਰ੍ਹਾਂ ਲਿਖਾਂਗੇ ਆਪਾਂ? 1/4 ਪਾਈ ਐਪਸਾਈਲਨ ਨੋਟ Q1। ਪਹਿਲਾ ਚਾਰਜ ਕਿਹੜਾ Q1 ਤੇ ਆਪਣਾ ਜਿਹੜਾ ਚਾਰਜ ਜਿਸ ਤੇ ਫੋਰਸ ਲੱਗ ਰਿਹਾ ਉਹ ਕਿਹੜਾ Q। Q1 Q ਓਵਰ ਡਿਸਟੈਂਸ ਕਿੰਨੀ ਸੀ R1। ਕਿਉਂਕਿ ਆਪਾਂ ਵੈਕਟਰ ਫਾਰਮ ਦੇ ਵਿੱਚ ਲਿਖ ਰਹੇ ਹਾਂ ਤਾਂ ਵੈਕਟਰ ਫਾਰਮ ਦੇ ਵਿੱਚ ਨੀਚੇ Q ਆਊਗਾ, ਉੱਪਰ R1 ਵੈਕਟਰ ਆਊਗਾ। ਠੀਕ, ਇਸੇ ਤਰ੍ਹਾਂ ਸੈਕੰਡ ਫੋਰਸ ਵਾਸਤੇ ਆਪਾਂ ਲਿਖਾਂਗੇ 1/4 ਪਾਈ ਐਪਸਾਈਲਨ ਨੋਟ Q2। ਹੁਣ ਸੈਕੰਡ ਚਾਰਜ ਹੈਗਾ Q2 ਤੇ Q ਦੇ ਵਿੱਚ ਜੋ ਫੋਰਸ ਆ ਇਹਨਾਂ ਦੇ ਵਿੱਚ ਪੋਜੀਸ਼ਨ ਵੈਕਟਰ ਡਿਸਟੈਂਸ ਕਿੰਨੀ ਆ R2 ਇਸ ਦੀ ਪਾਵਰ 3 ਉੱਪਰ R2 ਵੈਕਟਰ। ਇਸੇ ਤਰ੍ਹਾਂ ਸੋ ਔਨ ਆਪਾਂ ਲਿਖਦੇ ਜਾਵਾਂਗੇ। ਇਸ ਨੂੰ ਕਹਿੰਦੇ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਠੀਕ, ਕਲੀਅਰ ਹੈ? ਹਾਂਜੀ, ਹੁਣ ਤੱਕ ਜੋ ਆਪਾਂ ਨੇ ਪੜਿਆਗਾ ਉਹ ਪੜਿਆ ਪੁਆਇੰਟ ਚਾਰजेस ਵਾਸਤੇ। ਕੂਲਮਸ ਲਾ ਵੀ ਪੜਿਆ ਆਪਾਂ ਨੇ, ਉਹ ਵੀ ਪੁਆਇੰਟ ਚਾਰजेस ਵਾਸਤੇ ਪੜਿਆਗਾ। ਹੁਣ ਜ਼ਰੂਰੀ ਨਹੀਂ ਕਿ ਜੋ ਚਾਰਜ ਨੇ ਉਹ ਪੁਆਇੰਟ ਫਾਰਮ ਦੇ ਵਿੱਚ ਹੀ ਮਿਲਣ ਆਪਾਂ ਨੂੰ ਸਾਰੇ। ਹੋ ਸਕਦਾ ਕਿ ਚਾਰजेस ਕਿਸੇ ਲੀਨੀਅਰ ਜਗ੍ਹਾ ਤੇ ਕਿਸੇ ਲੀਨੀਅਰ ਵਾਇਰ ਦੇ ਉੱਪਰ ਉਹ ਚਾਰजेस ਹੋਣ, ਜਾਂ ਕਿਸੇ ਸਰਫੇਸ ਦੇ ਉੱਪਰ ਚਾਰजेस ਪਏ ਹੋਣ, ਜਾਂ ਕਿਸੇ ਵੋਲਿਊਮ ਦੇ ਵਿੱਚ ਚਾਰਜ ਪਏ ਹੋਣ। ਤਾਂ ਜੋ ਕੰਟੀਨਿਊਅਸ ਚਾਰਜ ਡਿਸਟ੍ਰੀਬਿਊਸ਼ਨ ਟੌਪਿਕ ਹੈ ਉਸ ਦੇ ਵਿੱਚ ਆਪਾਂ ਇਹੀ ਪੜ੍ਹਨਾ ਕਿ ਜੋ ਚਾਰਜ ਡਿਸਟ੍ਰੀਬਿਊਟਡ ਆ ਕਿਸੇ ਬੋਡੀ ਦੇ ਉੱਪਰ ਉਹ ਪੂਰੀ ਤਰ੍ਹਾਂ ਡਿਸਟ੍ਰੀਬਿਊਟਡ ਆ। ਉਹ ਬੋਡੀ ਜਿਹੜੀ ਉਹ ਕਿਸ ਤਰ੍ਹਾਂ ਦੀ ਆ, ਉਹ ਕਿਸ ਸ਼ੇਪ ਦੀ, ਉਸ ਦੇ ਅਕੋਰਡਿੰਗ ਆਪਣੇ ਕੋਲੇ ਤਿੰਨ ਤਰ੍ਹਾਂ ਦੀ ਚਾਰਜ ਡਿਸਟ੍ਰੀਬਿਊਸ਼ਨ ਹੋ ਸਕਦੀ ਹੈ। ਫਸਟ ਜੋ ਹੈ ਉਹ ਹੈ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ। ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਦਾ ਕੀ ਮੀਨਿੰਗ ਆ ਕਿ ਜੋ ਚਾਰਜ ਹੈ ਆਪਣੇ ਕੋਲੇ ਉਹ ਇੱਕ ਲਾਈਨ ਦੀ ਫਾਰਮ ਦੇ ਵਿੱਚ ਹੋਵੇਗਾ। ਹੋ ਸਕਦਾ ਕਿ ਇਸ ਦੇ ਉੱਪਰ ਪੋਜ਼ਿਟਿਵ ਚਾਰਜ ਹੋਵੇ, ਹੋ ਸਕਦਾ ਕਿ ਨੈਗੇਟਿਵ ਚਾਰਜ ਪਿਆ ਹੋਵੇ। ਤਾਂ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਦਾ ਕੀ ਮਤਲਬ ਆ ਕਿ ਚਾਰਜ ਜਦੋਂ ਪੂਰੀ ਇੱਕ ਲੀਨੀਅਰ ਲਾਈਨ ਦੇ ਉੱਪਰ ਕਿਸੇ ਲੀਨੀਅਰ ਫਾਰਮ ਦੇ ਵਿੱਚ ਡਿਸਟ੍ਰੀਬਿਊਟਡ ਹੋਵੇ, ਪੂਰਾ ਖਿੰਡਿਆ ਹੋਵੇ, ਇਸ ਤਰ੍ਹਾਂ ਪੂਰਾ ਇੱਕਸਾਰ ਪਿਆ ਹੋਵੇ। ਠੀਕ ਹੈ, ਤਾਂ ਇਸ ਦੇ ਵਿੱਚ ਇੱਕ ਟਰਮ ਆਉਂਦੀ ਆ ਆਪਣੇ ਕੋਲੇ ਲੀਨੀਅਰ ਚਾਰਜ ਡੈਂਸਿਟੀ। ਲੀਨੀਅਰ ਚਾਰਜ ਡੈਂਸਿਟੀ ਜਿਸ ਨੂੰ ਆਪਾਂ ਲੈਂਬਡਾ ਦੇ ਨਾਲ ਰਿਲੇਟ ਕਰ ਦਿਆਂਗੇ। ਤਾਂ ਲੀਨੀਅਰ ਚਾਰਜ ਡੈਂਸਿਟੀ ਕੀ ਚੀਜ਼ ਆ? ਇਟ ਇਜ਼ ਡਿਫਾਈਨਡ ਐਜ਼ ਦਾ ਰੇਸ਼ੋ ਆਫ ਚਾਰਜ ਪਰ यूनिट लेंथ। मान लो आ लेंथ आ जो, ठीक है, वो dl है ਤੇ ਜਿਹੜਾ ਚਾਰਜ ਪਿਆ ਇਹਦੇ ਉੱਪਰ ਡਿਸਟ੍ਰੀਬਿਊਟਡ ਆ ਉਹ ਕਿੰਨਾ dq। ਤਾਂ ਇਸ ਦੀ ਜੋ ਲੀਨੀਅਰ ਚਾਰਜ ਡੈਂਸਿਟੀ ਹੈ ਉਹ ਕਿੰਨੀ ਹੈ? ਜੋ dq/dl। ਇਹ ਹੈ ਲੀਨੀਅਰ ਚਾਰਜ ਡੈਂਸਿਟੀ। ਜੇ ਆਪਾਂ ਯੂਨਿਟ ਦੀ ਗੱਲ ਕਰੀਏ ਲੈਂਬਡਾ ਦੀ ਲੀਨੀਅਰ ਚਾਰਜ ਡੈਂਸਿਟੀ ਦੀ ਯੂਨਿਟ ਕਿੰਨੀ ਹੋਵੇਗੀ? ਤਾਂ ਇਸ ਦੀ SI ਯੂਨਿਟ ਹੋਵੇਗੀ ਕਿੰਨੀ? ਕੂਲਮ। ਚਾਰਜ ਦੀ ਕਿੰਨੀ ਹੁੰਦੀ ਹੈ? ਕੂਲਮ ਤੇ ਡਿਸਟੈਂਸ ਕਿੰਨੀ ਹੁੰਦੀ ਹੈ? ਮੀਟਰ। ਤਾਂ ਇਸ ਦੀ ਯੂਨਿਟ ਆ ਗਈ ਕੂਲਮ ਪਰ ਮੀਟਰ। ਇਹ ਇੱਕ ਵਾਰੀ ਬੋਰਡ ਦੇ ਵਿੱਚ ਕੁਐਸਚਨ ਵੀ ਪੁੱਛਿਆ ਗਿਆ ਸੀਗਾ 2 ਸਾਲ ਪਹਿਲਾਂ। ਕੀ ਕੁਐਸਚਨ ਪੁੱਛਿਆ ਸੀਗਾ ਕਿ ਕੂਲਮ ਪਰ ਮੀਟਰ ਕਿਸ ਦੀ ਯੂਨਿਟ ਹੈ? ਕੁਐਸਚਨ ਸਮਝ ਆ ਗਿਆ? ਕੂਲਮ ਪਰ ਮੀਟਰ ਰਾਈਟ ਨੇਮ ਦਾ ਕੁਆਂਟੀਟੀ ਵਿਚ ਹੈ ਦਾ ਯੂਨਿਟਸ ਕੂਲਮ ਪਰ ਮੀਟਰ। ਤਾਂ ਉਸ ਦਾ ਆਨਸਰ ਕੀ ਆਉਣਾ ਸੀਗਾ? ਲੀਨੀਅਰ ਚਾਰਜ ਡੈਂਸਿਟੀ। ਠੀਕ ਹੈ ਜੀ, ਇਹ ਇੰਪੋਰਟੈਂਟ ਆ। ਇਸੇ ਤਰ੍ਹਾਂ ਹੁਣ ਆਪਣੇ ਕੋਲੇ अगली जो चार्ज डिस्ट्रीब्यूशन है वो है सरफेस चार्ज डिस्ट्रीब्यूशन। सेकंड है सरफेस चार्ज डिस्ट्रीब्यूशन। सरफेस चार्ज डिस्ट्रीब्यूशन ਦੇ ਵਿੱਚ ਕੀ ਹੈ? जो चार्ज है वो किसी सरफेस के ऊपर पूरा डिस्ट्रीब्यूट होगा इक्वली, यूनिफॉर्मली। यूनिफॉर्म डिस्ट्रीब्यूशन कहने हैं इसमें, जब इक्वल बराबर पए हुए। ठीक है, ਤਾਂ ਇੱਥੇ ਇਸ ਦੇ ਅਕੋਰਡਿੰਗ ਜੋ ਟਰਮ ਹੈ ਉਹ ਹੈ ਸਰਫੇਸ ਚਾਰਜ ਡੈਂਸਿਟੀ। ਸਰਫੇਸ ਚਾਰਜ ਡੈਂਸਿਟੀ ਮਤਲਬ ਕੀ ਆ? ਸਿਗਮਾ। ਸਿਗਮਾ ਨਾਲ ਡਿਨੋਟ ਕਰਦੇ ਹਾਂ ਇਸ ਨੂੰ ਆਪਾਂ।
It is defined as the ratio of a total charge per total area। ਕਿ ਕਿੰਨੇ ਏਰੀਆ ਤੇ ਕਿੰਨਾ ਚਾਰਜ ਪਿਆ ਉਹ ਹੋਊਗੀ ਸਰਫੇਸ ਚਾਰਜ ਡੈਂਸਿਟੀ। ਜੇ ਇਹਦੀ ਯੂਨਿਟ ਦੀ ਗੱਲ ਕਰੀਏ ਆਪਾਂ ਉਹ ਹੋਊਗੀ ਕੂਲੰਬ ਪਰ ਮੀਟਰ ਸਕੁਆਇਰ। ਇਹ ਐਸਆਈ ਯੂਨਿਟ ਏਰੀਆ। थर्ड जो डिस्ट्रीब्यूशन है वो है वॉल्यूम चार्ज डिस्ट्रीब्यूशन। जे कोई सरफेस है, कोई सरफेस के ऊपर जे चार्ज डिस्ट्रीब्यूटेड है तब हम कहांगे ਆਪਾਂ सरफेस चार्ज डिस्ट्रीब्यूशन। जे पूरे वॉल्यूम ਦੇ ਵਿੱਚ ਯਾਨੀ ਕਿ ਵਿੱਚ ਵੀ ਚਾਰजेस ਯੂਨੀਫਾਰਮਲੀ ਡਿਸਟ੍ਰੀਬਿਊਟਡ ਨੇ, ਯੂਨੀਫਾਰਮਲੀ ਜਾਂ ਨਾਨ ਯੂਨੀਫਾਰਮ ਵੀ ਹੋ ਸਕਦੇ ਨੇ। ਚਲੋ ਆਪਣੇ ਜੋ ਸਿਲੇਬਸ ਹੈ ਯੂਨੀਫਾਰਮਲੀ ਵਾ, ਜਿਵੇਂ ਕਿ ਫੋਰ ਐਗਜ਼ਾਮਪਲ ਕੋਈ ਸਫੀਅਰ ਆ, ਠੀਕ, ਕੋਈ ਇਸ ਤਰ੍ਹਾਂ ਆਪਣੇ ਕੋਲੇ ਕਿਊਬ ਆ, ਇਹਨਾਂ ਦੇ ਵਿੱਚ ਵੀ ਚਾਰਜ ਪਏ ਨੇ, ਸਰਫੇਸ ਤੇ ਵੀ ਚਾਰਜ ਨੇ, ਵਿੱਚ ਵੋਲਿਊਮ ਦੇ ਵਿੱਚ ਵੀ ਚਾਰਜ ਨੇ, ਠੀਕ ਹੈ। ਇਸ ਤਰ੍ਹਾਂ ਦੀ ਡਿਸਟ੍ਰੀਬਿਊਸ਼ਨ ਨੂੰ ਆਪਾਂ ਕਹਿੰਦੇ ਹਾਂਗੇ ਵੋਲਿਊਮ ਚਾਰਜ ਡਿਸਟ੍ਰੀਬਿਊਸ਼ਨ। ਇਹਦੇ ਵਿੱਚ ਹੁੰਦੀ ਆ ਵੋਲਿਊਮ ਚਾਰਜ ਡੈਂਸਿਟੀ, ਜਿਸ ਨੂੰ ਆਪਾਂ ਰੋ ਨਾਲ ਡਿਨੋਟ ਕਰ ਦਾਂਗੇ, ਰੋ। ਤੇ ਇਸ ਦਾ ਫਾਰਮੂਲਾ ਕੀ ਆ? The ratio of charge and volume, total charge per unit volume is called volume charge density, dq by dv। ਤੇ ਇਸ ਦੀ SI ਯੂਨਿਟ ਕਿੰਨੀ ਆ ਗਈ? ਕੂਲੰਬ ਪਰ ਮੀਟਰ ਕਿਊਬ, ਠੀਕ ਹੈ। ਇਹ ਤਿੰਨ ਤਰ੍ਹਾਂ ਦੀ ਚਾਰਜ ਡਿਸਟ੍ਰੀਬਿਊਸ਼ਨ ਪੜ੍ਹੀ ਹੈ ਆਪਾਂ ਨੇ ਆਪਣੇ ਸਿਲੇਬਸ ਦੇ ਵਿੱਚ। ਇਹਨਾਂ ਨਾਲ ਰਿਲੇਟਡ ਆਰਟੀਕਲਸ ਨੇਗੇ, ਕੁਐਸਚਨ ਨੇਗੇ। ਜਿਵੇਂ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਦੇ ਵਿੱਚ ਆਪਣੇ ਕੋਲੇ ਲਾਈਨ ਜਾਂ ਵਾਇਰ ਦੇ ਉੱਪਰ ਚਾਰਜ ਡਿਸਟ੍ਰੀਬਿਊਟ ਹੋਊਗਾ, ਤੇ ਸਰਫੇਸ ਦੇ ਵਿੱਚ ਕੇਸ ਦੇ ਵਿੱਚ ਆਪਣੇ ਕੋਲ ਕੋਈ ਪਲੇਨ ਸ਼ੀਟ ਹੋਊਗੀ, ਪਲੇਨ ਸ਼ੀਟ, ਜਿਸ ਤਰ੍ਹਾਂ ਕੋਈ ਕਾਗਜ਼ ਦਾ ਟੁਕੜਾ ਹੁੰਦਾ ਜਾਂ ਕੋਈ ਚਾਦਰ ਹੁੰਦੀ ਹੈ, ਉਸ ਦੇ ਉੱਪਰ ਚਾਰजेस ਹੋਣਗੇ। ਇਹ ਆਰਟੀਕਲ ਵੀ ਆਪਾਂ ਨੇ ਪੜ੍ਹਨਾ ਹੈਗਾ। ਤੇ ਹੋਰ ਆਪਣੇ ਕੋਲੇ ਸਫੈਰਿਕਲ ਸ਼ੈਲ, ਸਫੈਰਿਕਲ ਸ਼ੈਲ ਕੀ ਹੁੰਦਾ ਹੈਗਾ? ਜਿਹਦੇ ਵਿੱਚ ਖਾਲੀ ਹੋਵੇ, ਇਹਦੇ ਕੱਲੇ ਸਰਫੇਸ ਤੇ ਚਾਰਜ ਹੋਣਗੇ। ਇਹ ਆਰਟੀਕਲ ਆ। ਤੇ ਵੋਲਿਊਮ ਦੇ ਵਿੱਚ ਆਪਣੇ ਕੋਲ ਇਸ ਤਰ੍ਹਾਂ ਦੀ ਸ਼ੇਪ ਤੇ ਇਸ ਤਰ੍ਹਾਂ ਦੀ ਸ਼ੇਪ ਹੋ ਸਕਦੀ ਹੈ। ਆਈ ਹੋਪ ਕਿ ਤੁਹਾਨੂੰ ਅੱਜ ਦੇ ਜੋ ਟੌਪਿਕ ਨੇਗੇ ਉਹ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ, ਠੀਕ ਹੈ। ਤੇ ਜੇਕਰ ਕਿਸੇ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ, ਜੋ ਪੁਰਾਣੇ ਲੈਕਚਰ ਨੇ ਆਪਣੇ ਦੋ ਉਹ ਨਹੀਂ ਦੇਖੇ, ਤਾਂ ਤੁਸੀਂ ਜੋ ਮੇਰਾ YouTube ਦਾ ਚੈਨਲ ਹੈ ਫਿਜ਼ਿਕਸ ਬਾਈ ਸਿੱਧੂ ਸਾਹਿਬ, ਉਹਦੇ ਚੈਨਲ ਨੂੰ ਓਪਨ ਕਰਕੇ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ ਕਿ ਸਾਰੀਆਂ +2 ਦੇ ਸਿਲੇਬਸ ਨੂੰ ਮੈਂ ਸਟਾਰਟ ਕੀਤਾ ਹੈ। ਉਹ ਸੀਰੀਅਲ ਵਾਈਜ਼ ਤੁਸੀਂ ਵੀਡੀਓਜ਼ ਦੇਖੋ ਤੇ ਟੌਪਿਕ ਚੰਗੀ ਤਰ੍ਹਾਂ ਕਲੀਅਰ ਕਰੋ, ਐਗਜ਼ਾਮ ਦੀ ਤਿਆਰੀ ਕਰੋ। ਇਹ ਜੋ ਮੈਂ ਸਿਲੇਬਸ ਕਰਵਾ ਰਿਹਾ ਹਾਂ ਤੁਹਾਨੂੰ, ਇਹ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਹੈ, ਠੀਕ ਹੈ। ਸਿਲੇਬਸ ਤਾਂ ਵੈਸੇ +2 ਦਾ ਕਹਿ ਲਓ ਜਾਂ ਫਿਜ਼ਿਕਸ ਦਾ ਬਹੁਤ ਵਾਸਟ ਹੈ, ਇਸ ਨੂੰ ਕਰਾਉਣਾ ਮੇਰੇ ਵੱਸ ਦੀ ਗੱਲ ਨਹੀਂ ਹੈਗੀ, ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਜੋ ਕਿ ਇਸ ਤਰ੍ਹਾਂ ਤੁਹਾਨੂੰ ਪੂਰੀ ਤਰ੍ਹਾਂ ਫਿਜ਼ਿਕਸ ਕਰਵਾ ਦੇਵੇ। ਬਸ ਮੈਂ ਤੁਹਾਨੂੰ ਸਿਲੇਬਸ ਨੂੰ ਮੱਦੇ ਨਜ਼ਰ ਰੱਖਦੇ ਹੋਏ, ਜੋ ਤੁਹਾਡਾ +2 ਦਾ ਸਿਲੇਬਸ ਹੈ CBSE ਦਾ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਉਸ ਦੇ ਅਕੋਰਡਿੰਗ ਤੁਹਾਡੇ ਲੈਵਲ ਦੀ, ਜੋ +2 ਤੱਕ ਦੇ ਲੈਵਲ ਦੀ ਜੋ ਫਿਜ਼ਿਕਸ ਹੈ, ਮੈਂ ਤੁਹਾਨੂੰ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆਉਂਦੀ ਹੋਵੇਗੀ। ਥੈਂਕ ਯੂ।